ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ। ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ ਮਿਲਵਰ ਨਾਰੀ ਮੰਗਲ ਗਾਇਆ। ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ ਕੋ ਨਾਨਕ ਕਹੋ ਨਾਨਕ ਤਿਸ ਗੁਰ ਬਲਿਹਾਰੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪ ਸਾਰੇ ਮਹਾਨ ਰੱਬ ਰੂਪੀ ਰੂਹਾਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਅੰਮ੍ਰਿਤ ਵੇਲੇ ਜਾਗ ਕੇ ਉਸ ਪਰਮਾਤਮਾ ਦੀ ਸਿਫਤਾਂ ਵਿੱਚ ਜੁੜ ਕੇ ਸਤਿਗੁਰੂ ਦੀ ਖੁਸ਼ੀ ਆਪਣੀ ਝੋਲੀ ਵਿੱਚ ਪਾ ਕੇ ਤੇ ਆਪਣੇ ਆਤਮਿਕ ਮੰਡਲ ਨੂੰ ਰੂਹਾਨੀਅਤ ਦੇ ਗਿਆਨ ਨੂੰ ਉੱਚਾ ਕਰਨ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਪਾ ਰਹੇ ਹੋ। ਸਾਰੇ ਮਾਈ ਭਾਈ ਧੰਤਾ ਦੇ ਯੋਗ ਹੋ। ਆਓ ਚੱਲ ਰਹੀ ਲੜੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਵਿਚਾਰ ਜੋ ਮਹਾਰਾਜ ਦੀ ਬਖਸ਼ੀ ਦੇ ਸਦਕੇ 82 ਪੌੜੀਆਂ ਦੀ ਛੰਦਾਂ ਦੀ ਵਿਚਾਰ ਅਸੀਂ ਮਿਲ ਕੇ ਸਾਂਝ ਕੀਤੀ ਹੈ ਤੇ 83 ਪੌੜੀ ਆਰੰਭ ਹੋਣੀ ਹੈ। ਜਿਹੜਾ ਛੰਦ ਹੈ ਉਹ ਰੁਆਲ ਛੰਦ ਚੱਲ ਰਿਹਾ ਹੈ। ਤੋ ਸਾਧ ਸੰਗਤ ਜਿੱਥੇ ਜਿੱਥੇ ਅਸੀਂ ਇਸ ਪੌੜੀਆਂ ਦੀ ਵਿਚਾਰ ਕਰਨੀ ਹੈ, ਨਾਲ ਚੱਲ ਰਹੇ ਇਹ ਸ਼ਹੀਦੀ ਦਿਹਾੜੇ ਔਰ ਆਉਣ ਵਾਲਾ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਮਿਲ ਕੇ ਉਹ ਵੀ ਅਸੀਂ ਸਾਂਝ ਕਰਨਾ ਹੈ। ਸੋ ਰਸਨਾ ਨੂੰ ਪਵਿੱਤਰ ਕਰੋ। ਸਾਰੇ ਮਾਈ ਭਾਈ ਪਿਆਰ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਲੋਕ 14 ਕੇ ਵਿਖੈ ਜਗ ਜਾਪ ਹੀ ਜਿਹ ਜਾਪ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਛੰਦ ਦੇ ਅੰਦਰ ਆਰੰਭ ਕਰਦੇ ਹੋਏ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੋਕ 14 ਕੇ ਵਿਖੈ। ਹੇ ਪਰਮਾਤਮਾ ਤੂੰ 14 ਲੋਕਾਂ ਦੇ ਵਿੱਚ ਭਾਵ ਕਿ ਹਰ ਜਗ੍ਹਾ ਦੇ ਵਿੱਚ ਜਗ ਜਾਪਹਿ ਜਿਹ ਜਾਪ। ਹੇ ਪਰਮਾਤਮਾ ਤੈਨੂੰ ਹਰ ਕੋਈ ਸਾਰੀ ਜਗ੍ਹਾ ਤੇ ਤੈਨੂੰ ਹੀ ਜਾਪ ਰਿਹਾ ਹੈ। ਜਿਤਨੇ ਵੀ ਸ੍ਰਿਸ਼ਟੀ ਧਰਤੀ ਤੇ ਹੈ ਜਿਹੜੀ ਸਾਨੂੰ ਤੇ ਨਜ਼ਰ ਆ ਰਹੀ ਹੈ, ਹੇ ਪਰਮਾਤਮਾ ਤੂੰ ਸਾਰਿਆਂ ਦਾ ਸਾਰੇ ਤੈਨੂੰ ਜਾਪ ਕਰ ਰਹੇ ਨੇ। ਜਗ ਜਾਪ ਹੀ ਜਿਹ ਜਾਪ। ਇਹ ਤੇ ਇਸ ਖੰਡ ਦੀ ਗੱਲ ਹੋ ਗਈ।
ਪਰ ਉਸ ਪਰਮਾਤਮਾ ਨੂੰ ਤੇ ਸਾਰੇ ਬ੍ਰਹਮੰਡਾਂ ਦੇ ਵਿੱਚ ਸਭ ਲੋਕਾਂ ਵਿੱਚ ਉਸ ਪਰਮਾਤਮਾ ਦੀ ਸਿਫਤ ਗਾ ਰਹੇ ਹਨ। ਦੇਖੋ, ਜਦ ਗੁਰੂ ਸਾਹਿਬ ਬਗਦਾਦ ਦੀ ਧਰਤੀ ਤੇ ਗਏ ਨਾ, ਗੁਰੂ ਨਾਨਕ ਪਾਤਸ਼ਾਹ, ਤੇ ਉੱਥੇ ਜਾ ਕੇ ਮਹਾਰਾਜ ਨੇ ਜਦ ਪਾਠ ਆਰੰਭ ਕੀਤਾ ਜਪਜੀ ਸਾਹਿਬ ਦਾ, ਬਗਦਾਦ ਦੀ ਧਰਤੀ ਦੇ ਬਾਹਰ ਬਹਿ ਕੇ, ਜਦੋਂ ਪੰਕਤੀਆਂ ਆਈਆਂ ਪਾਤਾਲਾ ਪਾਤਾਲ ਲਖ, ਜਿਸ ਤਰ੍ਹਾਂ ਹੁਣ ਤੁਸੀਂ ਪੜ੍ਹਿਆ ਹੈ, ਆਗਾਸਾਂ ਆਗਾਸ, ਇਸ ਤਰ੍ਹਾਂ ਪੜ੍ਹਨਾ ਹੈ, ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ। ਜਦ ਉੱਥੇ ਦੇ ਲੋਕਾਂ ਨੇ ਸੁਣਿਆ ਕਿ ਇਹ ਕਿਹੜਾ ਫਕੀਰ ਆ ਗਿਆ ਹੈ ਜਿਹੜਾ ਕਹਿੰਦਾ ਪਿਆ ਕਿ ਲੱਖਾਂ ਹੀ ਪਤਾਲ ਨੇ, ਪਰ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ, ਇਹ ਤੇ ਵੇਦ ਕਹਿ ਰਹੇ ਨੇ, ਲੱਖਾਂ ਆਕਾਸ਼ ਪਤਾਲ ਨੇ, ਪਰ ਉਸ ਪਰਮਾਤਮਾ ਦਾ ਓੜਕ ਅੰਤ ਨਹੀਂ ਕੋਈ ਪਾ ਸਕਦਾ। ਇਹ ਤੇ ਖਿਆਲ ਹੈ ਲੱਖਾਂ ਦਾ। ਮਹਾਰਾਜ ਕਹਿੰਦੇ ਮੈਂ ਲੱਖ ਨਹੀਂ ਕਹਿ ਰਿਹਾ, ਉਹਦੀ ਗਿਣਤੀ ਕੋਈ ਨਹੀਂ ਹੈ। ਜਦ ਇਹ ਬਾਣੀ ਕਲਾਮ ਸੁਣਿਆ ਲੋਕਾਂ ਨੇ, ਉਹਨਾਂ ਨੇ ਜਾ ਕੇ ਉੱਥੇ ਪੀਰ ਜਿਹੜਾ ਵੱਡਾ ਦਸਤਗੀਰ ਸੀ ਉਸ ਨੂੰ ਜਾ ਕੇ ਸ਼ਿਕਾਇਤ ਲਗਾਈ ਕਿ ਸਾਡੇ ਮੁਹੰਮਦ ਸਾਹਿਬ ਤੇ ਕਹਿੰਦੇ ਨੇ 7 ਆਕਾਸ਼ 7 ਪਤਾਲ ਨੇ, ਤੇ ਇਹ ਫਕੀਰ ਕਹਿੰਦਾ ਕਿ ਲੱਖਾਂ ਹੀ ਆਕਾਸ਼ ਪਤਾਲ ਨੇ ਜਿਹਦੀ ਗਿਣਤੀ ਕੋਈ ਨਹੀਂ ਹੈ। ਤੋ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ, ਵੇਖੇ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ। ਕਹਿੰਦੇ ਨੇ ਐਸੀ ਖਬਰ ਇਸਨੇ ਸੁਣਾ ਦਿੱਤੀ ਹੈ, ਫਿਰ ਦੁਰਾਇਨ ਦਸਤਗੀਰ ਅਸੀਂ ਵੀ ਵੇਖਾਂ ਜੋ ਤੂੰ ਪਾਈ। ਦਸਤਗੀਰ ਕਹਿੰਦਾ ਚਲੋ ਮੈਂ ਵੀ ਵੇਖਣਾ ਵਾਂ ਕਿ ਇਹ ਕਿਸ ਤਰ੍ਹਾਂ ਹੈ। ਤੇ ਜਦ ਵਿਚਾਰਾਂ ਹੋਈਆਂ ਆਪਸ ਵਿੱਚ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਉਹ ਪਰਮਾਤਮਾ ਤੇ ਦੀ ਬੇਅੰਤਤਾ ਨੂੰ ਕੋਈ ਨਹੀਂ ਜਾਣ ਸਕਦਾ, ਉਸ ਨੂੰ ਕੌਣ ਕੌਣ ਨਹੀਂ ਗਾ ਰਿਹਾ। ਤੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਜਦ ਬਹਿਸ ਹੋਈ, ਵਿਚਾਰ ਹੋਈ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਆਓ ਫਿਰ ਤੁਹਾਨੂੰ ਲੈ ਚਲੀਏ ਪੀਰ ਜੀ, ਉਸ ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰਾ ਦਈਏ, ਅਫੁਰ ਅਵਸਥਾ ਵਿੱਚ ਲੈ ਜਾਈਏ ਤੁਹਾਨੂੰ। ਕਹਿੰਦਾ ਮੈਂ ਤੇ ਜਾ ਨਹੀਂ ਸਕਦਾ। ਪੀਰ ਨੇ ਆਪਣਾ ਬੇਟਾ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤਾ, ਕਹਿੰਦੇ ਜਾ ਇਸ ਨੂੰ ਲੈ ਜਾਓ। ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਜਦ ਉਸ ਪੀਰ ਦੇ ਬੇਟੇ ਨੂੰ ਮਹਾਰਾਜ ਨੇ ਨਾਲ ਲਿਆ, ਭਾਵ ਉਹਦੀ ਸੁਰਤ ਨੂੰ ਬਖਸ਼ਿਸ਼ ਭਰਿਆ ਹੱਥ ਰੱਖਿਆ, ਤੇ ਇੱਕ ਫੁੰਨ ਮਤਲਬ ਕਿ ਇੱਕ ਅੱਖ ਦੇ ਝਮਕਣ ਸਮੇਂ ਜਿੰਨਾ ਮਹਾਰਾਜ ਨੇ ਉਸ ਨੂੰ ਖੰਡਾਂ ਬ੍ਰਹਮੰਡ ਦਿਖਾ ਦਿੱਤੇ। ਤੇ ਮਹਾਰਾਜ ਨੇ ਜਦੋਂ ਦਿਖਾ ਰਹੇ ਸੀ ਤੇ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਇਤਨੀ ਸ੍ਰਿਸ਼ਟੀਆਂ ਨੇ, ਇਤਨੇ ਬ੍ਰਹਮੰਡ ਨੇ ਸੰਸਾਰ ਦੇ ਵਿੱਚ, ਇੱਕ ਪਲ ਵਿੱਚ ਮਹਾਰਾਜ ਨੇ ਇਤਨਾ ਕੁਝ ਦਿਖਾ ਦਿੱਤਾ। ਚੱਲਣ ਵਕਤ ਮਹਾਰਾਜ ਨੇ ਕੀ ਕੀਤਾ, ਉਸ ਸੱਚਖੰਡ ਦੇ ਦਰਸ਼ਨ ਕਰਾਏ ਜਿੱਥੇ ਤੁਹਾਡੇ ਵਰਗੀਆਂ ਰੂਹਾਂ ਬੈਠ ਕੇ ਉੱਥੇ ਉਸ ਪਰਮਾਤਮਾ ਦੀ ਸਿਫਤ ਕਰ ਰਹੇ ਸਨ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰ ਰਹੇ ਸਨ। ਫਿਰ ਉਸ ਵੇਲੇ ਸਤ ਸੰਗਤ ਦੇ ਵਿੱਚੋਂ ਉਹ ਕੜਾਹ ਪ੍ਰਸ਼ਾਦ ਦੀ ਦੇਗ ਮਹਾਰਾਜ ਨੇ ਲੈ ਕੇ ਉਸ ਬੇਟੇ ਨੂੰ ਦਿੱਤੀ। ਉਹ ਫੁੱਲ ਇੱਕ ਛਿਨ ਭਰ ਦੇ ਵਿੱਚ ਜਦ ਉਹਦੀ ਸੁਰਤ ਆਈ ਤੇ ਪੁੱਛਣ ਲੱਗੇ ਦਸਤਗੀਰ ਆਪਣੇ ਬੱਚੇ ਨੂੰ ਕਿ ਕਿਸ ਤਰ੍ਹਾਂ ਦਾ ਰੀਤ ਹੈ ਨੇ ਖੰਡ ਬ੍ਰਹਮੰਡ, ਇਤਨੇ ਆਕਾਸ਼ ਪਤਾਲ ਨੇ। ਉਹ ਕਹਿੰਦਾ ਜੀ ਇਤਨਾ ਕੁਛ ਹੈ। ਕਹਿੰਦਾ ਤੂੰ ਤੇ ਇੱਕ ਫੁਰਨ ਅੱਖ ਦੇ ਫੁਰਨੇ ਜੇ ਸਮੇਂ ਜਿੰਨਾ ਤੂੰ ਗਿਆ, ਕਹਿੰਦਾ ਮੈਂ ਤੇ ਕਈ ਸਾਲ ਰਹਿ ਕੇ ਆਇਆ ਉੱਥੇ। ਦੇਖੋ ਮਹਾਰਾਜ ਨੇ ਕੀ ਦਿਖਾ ਦਿੱਤੀ ਉਹਨੂੰ ਉਹ ਕਿ ਮਹਾਰਾਜ ਨੇ ਉਹ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਤ੍ਰਿਪਾਵਲ ਦੀ ਦੇਗ ਹੈ, ਇਹ ਧੁਰੋਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਤੋਂ ਇਹ ਆਰੰਭ ਹੋਈ ਹੈ। ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਅਸੀਂ ਵਰਤਾਉਂਦੇ ਹਾਂ ਨਾ, ਤ੍ਰਿਪਾਵਲ ਭਾਵ ਕਿ ਤਿੰਨੋਂ ਚੀਜ਼ਾਂ ਇੱਕੋ ਜਿਹੀਆਂ, ਆਟਾ ਘਿਓ ਤੇ ਚੀਨੀ। ਆਮ ਤੌਰ 'ਤੇ ਜਦੋਂ ਅਸੀਂ ਪ੍ਰਸ਼ਾਦ ਬਣਾਈਦਾ ਨਾ ਤੇ ਕਈ ਪੁੱਛਦੇ ਨੇ ਪ੍ਰਸ਼ਾਦ ਦਾ ਮੈਥਡ ਤਰੀਕਾ ਕੀ ਹੈ ਬਣਾਉਣ ਦਾ। ਆਟਾ ਘਿਓ ਚੀਨੀ
ਇੱਕੋ ਮਾਤਰਾ ਦਾ ਤੇ 4 ਗੁਣਾ ਪਾਣੀ। ਇਹ ਤ੍ਰਿਪਾਵਲ ਦੀ ਦੇਗ ਕਹਿੰਦੇ ਨੇ। ਤਿੰਨੋਂ ਚੀਜ਼ਾਂ ਬਰਾਬਰ। ਜੇ ਕਿਲੋ ਦੀ ਦੇਗ ਬਣਾਉਣੀ ਹੈ ਤੇ ਸਾਰੀਆਂ ਚੀਜ਼ਾਂ ਮਤਲਬ ਕਿ ਬਰਾਬਰ ਪੈਣਗੀਆਂ। ਤਾਂ ਗੁਰੂ ਸਾਹਿਬ ਨੇ ਉਸ ਨੂੰ ਦਿਖਾ ਦਿੱਤਾ, ਕਿਉਂਕਿ ਕਰੋੜਾਂ ਹੀ ਬ੍ਰਹਮੰਡ ਨੇ ਔਰ ਉੱਥੇ ਹਰ ਇੱਕ ਕੋਈ ਉਸ ਗੁਰੂ ਨਾਨਕ ਦੀ ਪਰਮਾਤਮਾ ਦੀ ਸਿਫਤ ਕਰ ਰਿਹਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਪੜ ਕਚਕੋਲ ਪ੍ਰਸਾਦ ਦਾ ਧੁਰੋਂ ਪਤਾਲੋ ਲਈ ਕੜਾਹੀ, ਜਾਹਰ ਕਲਾ ਨਾ ਛਪੇ ਛਪਾਈ। ਉਸ ਪਰਮਾਤਮਾ ਦੀ ਕਲਾ ਨੂੰ ਕੋਈ ਨਹੀਂ ਜਾਣ ਸਕਦਾ। ਉਹਨੂੰ ਤੇ ਖੰਡ ਬ੍ਰਹਮੰਡ ਤੱਕ ਉਹਨੂੰ ਜਾਪ ਕਰ ਰਹੇ ਨੇ। ਦੇਖੋ, ਇਹ ਸਾਡੀ ਇੱਕ ਸ੍ਰਿਸ਼ਟੀ ਹੈ ਨਾ। ਬ੍ਰਹਮੰਡ ਹੁੰਦਾ ਵੇ 7 ਆਕਾਸ਼ 7 ਪਤਾਲ ਤੇ 7 ਧਰਤੀਆਂ, ਇਹਨੂੰ ਮਿਲਾ ਲਓ ਤੇ ਇੱਕ ਬ੍ਰਹਮੰਡ ਬਣਦਾ ਹੈ। ਅਸੀਂ ਤੇ ਇੱਕ ਧਰਤੀ ਨਹੀਂ ਦੇਖੀ ਨਾ। 7 ਆਕਾਸ਼ 7 ਪਤਾਲ ਤੇ 7 ਧਰਤੀਆਂ, ਇਹਨੂੰ ਮਿਲਾ ਲਓ ਇੱਕ ਬ੍ਰਹਮੰਡ ਬਣਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਉਹਦੇ ਤੇ ਕਰੋੜਾਂ ਹੀ ਬ੍ਰਹਮੰਡ ਨੇ। ਤੇ ਜਦ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਦੱਸੀ ਤੇ ਦਸਤਗੀਰ ਕਹਿੰਦਾ, ਫਿਰ ਇਹਦਾ ਮਤਲਬ ਸਾਡੇ ਮੁਹੰਮਦ ਸਾਹਿਬ ਝੂਠ ਕਹਿ ਰਹੇ ਨੇ। ਕੁਰਾਨ ਦੇ ਅੰਦਰ ਕੀ 7 ਆਕਾਸ਼ 7 ਪਤਾਲ ਨੇ। ਦੇਖੋ ਗੁਰੂ ਨਾਨਕ ਪਾਤਸ਼ਾਹ ਦਾ ਕੀ ਜਵਾਬ ਸੀ। ਕਹਿਣ ਲੱਗੇ, ਨਹੀਂ, ਨਾ ਤੁਹਾਡੇ ਮੁਹੰਮਦ ਸਾਹਿਬ ਗਲਤ ਕਹਿ ਰਹੇ ਨੇ, ਨਾ ਵੇਦ ਗਲਤ ਕਹਿ ਰਹੇ ਨੇ। ਵੇਦਾਂ ਨੇ ਜਿੰਨੇ ਦੇਖੇ ਉਹਨੇ ਲਿਖ ਦਿੱਤੇ, ਜਿੰਨਾ ਸਮਝ ਆਈ। ਤੁਹਾਡੇ ਮੁਹੰਮਦ ਸਾਹਿਬ ਨੇ 7 ਵੇਖੇ ਨੇ ਤੇ 7 ਲਿਖ ਦਿੱਤੇ ਨੇ। 7 ਆਕਾਸ਼ 7 ਪਤਾਲ ਦੇਖੇ ਉਹਨਾਂ ਨੇ, ਉਹ ਲਿਖ ਦਿੱਤੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਬੜੀ, ਵਿਚਾਰ ਮੰਡਲ ਬਹੁਤ ਉੱਚੀ ਸੀ। ਤਾਂ ਗੁਰੂ ਸਾਹਿਬ ਨੇ ਕਿਹਾ, ਇਹ ਨਹੀਂ ਕਿ ਮੁਹੰਮਦ ਸਾਹਿਬ ਨੇ ਗਲਤ ਕਿਹਾ, ਕਹਿੰਦੇ ਉਹਨਾਂ ਨੇ ਦੇਖੇ ਹੀ ਇੰਨੇ ਨੇ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ, ਲੋਕ 14 ਹੈ ਕਿ ਵਿਖੇ ਉਸ ਪਰਮਾਤਮਾ ਨੂੰ 14 ਲੋਕਾਂ ਦੇ ਵਿੱਚ ਜਗ ਜਾਪੀ ਜਿਹ ਜਾਪ, ਸਾਰੇ ਹੀ ਉਸ ਦਾ ਜਾਪ ਕਰ ਰਹੇ ਨੇ ਭਾਈ। ਆਦ ਦੇਵ ਅਨਾਦ ਮੂਰਤ, ਉਹ ਆਦ ਦੇਵ ਹੈ, ਭਾਵ ਕਿ ਉਹ ਪਰਮਾਤਮਾ ਜੋ ਆਦ ਤੋਂ ਦੇਵ ਹੈ। ਸ੍ਰਿਸ਼ਟੀ ਆਰੰਭ ਵੀ ਨਹੀਂ ਹੋਈ ਸੀ। ਅਨਾਦ ਮੂਰਤ, ਉਹਦਾ ਜਿਹੜੀ ਆਦ ਮੂਢ ਹੈ, ਉਹ ਰਹਿਤ ਸਰੂਪ ਤੋਂ ਰਹਿਤ ਹੈ। ਥਾਪਿਓ ਸਭੇ ਜੈ ਥਾਪ, ਉਹਨੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਥਾਪਿਆ ਹੈ। ਔਰ ਵੱਡੀ ਗੱਲ ਹੈ, ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ। ਅਸੀਂ ਤੇ ਮੰਦਰ ਵਿੱਚ ਜਾ ਕੇ ਮੂਰਤੀ ਕਿਸੇ ਨੇ ਬਣਾਈ, ਜਾ ਕੇ ਭਗਵਾਨ ਨੂੰ ਸਥਾਪਿਤ ਕਰਨ ਦੇ ਦਿੱਤਾ। ਨਹੀਂ ਭਾਈ, ਰੱਬ ਕੋਈ ਸਥਾਪਿਆ ਨਹੀਂ ਜਾ ਸਕਦਾ। ਰੋਜ਼ ਹੁਣੇ ਪੜਿਆ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਮਹਾਰਾਜ ਕਹਿੰਦੇ ਨੇ, ਆਪੇ ਆਪ ਨਿਰੰਜਨ ਸੋਏ। ਉਸ ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ, ਬਣਾ ਨਹੀਂ ਸਕਦਾ। ਉਹ ਤੇ ਬਣਾਉਣ ਵਾਲਾ ਹੈ। ਇਸ ਕਰਕੇ ਥਾਪਿਓ ਸਭੇ ਜੇ ਥਾਪ, ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਥਾਪਿਤ ਕੀਤਾ ਹੋਇਆ ਹੈ। ਇਹ ਉਹਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਹੈ। ਪਰਮ ਰੂਪ ਪੁਨੀਤ ਮੂਰਤ, ਉਹਦਾ ਜਿਹੜਾ ਰੂਪ ਹੈ ਨਾ, ਸ੍ਰੇਸ਼ਟ ਰੂਪ ਹੈ। ਪੁਨੀਤ ਮੂਰਤ, ਉਹਦਾ ਸਰੂਪ ਵੀ ਪੁਨੀਤ ਹੈ, ਪਵਿੱਤਰ ਹੈ। ਅਸੀਂ ਤੇ ਦਾਗਾਂ ਦੇ ਭਰੇ ਹੋਏ ਆ ਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿੰਨੀ ਈਰਖਾਵਾਂ, ਕਿੰਨੀਆਂ ਜੈਲਸੀ, ਕਿਤਨੇ ਕ੍ਰੋਧ, ਕਿਤਨੇ ਵੈਰ ਰੱਖੇ ਨੇ ਅੰਦਰ। ਪਰ ਹੇ ਪਰਮਾਤਮਾ, ਤੇਰੀ ਜਿਹੜੀ ਮੂਰਤ ਹੈ, ਤੇਰੀ ਹਸੀਅਤ ਹੈ, ਉਹ ਬੜੀ ਪਵਿੱਤਰ ਹੈ। ਤੇਰਾ ਕਿਸੇ ਨਾਲ ਵੈਰ ਨਹੀਂ ਹੈ। ਬੱਚੇ ਨੂੰ ਮਾਂ ਕਿਸੇ ਬੱਚੇ ਨੂੰ ਵੈਰ ਨਹੀਂ ਕਰਦੀ, ਭਾਵੇਂ 5 ਹੋਣ ਭਾਵੇਂ 10 ਹੋਣ। ਤੇ ਪਰਮਾਤਮਾ ਵੀ ਸਾਡੀ ਮਾਤਾ ਪਿਤਾ, ਉਹ ਕਿਸੇ ਨਾਲ ਵੈਰ ਨਹੀਂ ਕਰਦੀ। ਪੂਰਨ ਪੁਰਖ ਅਪਾਰ, ਹੋ ਪਰਮਾਤਮਾ ਪੂਰਨ ਹੈ, ਅਧੂਰਾ ਨਹੀਂ ਜੇ। ਅਸੀਂ ਸਾਰੇ ਅਧੂਰੇ ਹਾਂ। ਅਸੀਂ ਯਾਤਰਾ ਜਿਹੜੀ ਕਰਨ ਆਏ ਹਾਂ ਸੰਸਾਰ ਵਿੱਚ, ਉਹ ਅਧੂਰੇ ਆਏ ਹਾਂ, ਤਾਂ ਹੀ ਯਾਤਰਾ ਕਰਨ ਆਏ ਹਾਂ। ਅਸੀਂ ਪੂਰੇ ਹੋਣਾ ਹੈ। ਪੂਰਾ ਤੇ ਇੱਕੋ ਹੀ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜੇ ਸਿੱਖਾ ਤੂੰ ਵੀ ਪੂਰਾ ਹੋਣਾ ਚਾਹੁੰਦਾ, ਉਸ ਪੂਰੇ ਦੇ ਗੁਣ ਗਾ।
ਉਸ ਪੂਰੇ ਦੇ ਵਿੱਚ ਲੀਨ ਹੋ ਜਾ। ਦੇਖੋ ਕਿਸੇ ਦੇ ਗੁਣ ਆ ਜਾਣ ਉਹਦੇ ਵਰਗਾ ਹੀ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜੇ ਤੂੰ ਉਹਦੇ ਗੁਣ ਗਾਏਂਗਾ, ਇੱਥੇ ਤੇ ਜਿਹੜੇ ਕੋਲ ਗੁਣ ਨਹੀਂ ਵੀ ਨੇ, ਜੇ ਰੱਬ ਮਿਹਰ ਕਰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ, ਉਹ ਤੇ ਗੁਣਾ ਵੰਡਣ ਵਾਲਾ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਪੂਰਨ ਹੈ, ਉਹ ਪੂਰਾ ਹੈ। ਅਸੀਂ ਸਾਰੇ ਅਧੂਰੇ ਹਾਂ, ਉਸ ਪੂਰੇ ਦੇ ਗੁਣ ਗਾਓ। ਪੂਰਨ ਪੁਰਖ ਅਪਾਰ, ਉਹਦੀ ਲੀਲਾ ਅਪਰੰਪਾਰ ਹੈ। ਭਾਵ ਕਿ ਉਹ ਪੁਰਖ ਹਰ ਵਿੱਚ ਸਮਾਇਆ ਹੋਇਆ ਹੈ। ਉਹਦਾ ਅਪਰੰਪਾਰ, ਉਹਦਾ ਕੋਈ ਪਰਲਾ ਬੰਨਾ ਨਹੀਂ ਕੋਈ ਦੱਸ ਸਕਦਾ। ਜਿਸ ਤਰ੍ਹਾਂ ਸਮੁੰਦਰ ਅਪਰੰਪਾਰ ਹੈ ਨਾ, ਤੇ ਇਸੇ ਤਰ੍ਹਾਂ ਪਰਮਾਤਮਾ ਵੀ ਅਪਰੰਪਾਰ ਹੈ। ਸਰਵ ਵਿਸ਼ਵ ਰਚਿਓ, ਸਾਰੀ ਵਿਸ਼ਵ ਭਾਵ ਕਿ ਸਾਰੀ ਵਿਸ਼ਵ ਨੂੰ, ਸਾਰੀ ਸ੍ਰਿਸ਼ਟੀ ਨੂੰ ਉਸ ਪਰਮਾਤਮਾ ਨੇ ਰਚਿਆ ਹੈ, ਹੋਰ ਕਿਸੇ ਨੇ ਨਹੀਂ ਰਚਿਆ। ਉਹਨੂੰ ਤਾਂ ਹੀ ਰਚਨਹਾਰ ਵੀ ਕਹਿੰਦੇ ਨੇ। ਉਹ ਕ੍ਰੀਏਟਰ ਹੈ, ਉਹ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ। ਅਸੀਂ ਕੁਝ ਨਹੀਂ ਬਣਾ ਸਕਦੇ, ਪਰ ਪਰਮਾਤਮਾ ਨੇ ਸਭ ਕੁਝ ਬਣਾਇਆ ਹੈ। ਉਹ ਰਚਨਹਾਰ ਹੈ। ਸਿਉਮ ਭਾਵ ਗੜਨ ਭੰਜਨਹਾਰ, ਸਿਉਮ ਭਾਵ ਇਹ ਸਹਿ ਭੰਗ ਹੈ ਬਈ ਆਪਣੇ ਆਪ ਤੋਂ ਪੈਦਾ। ਹੁਣ ਸਵਾਲ ਹੁੰਦਾ ਹੈ, ਜੇ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਹੈ ਤੇ ਪਰਮਾਤਮਾ ਨੂੰ ਕਿੰਨੇ ਰਚਿਆ ਹੈ? ਆਖਿਰ ਉਹਨੂੰ ਹੀ ਤਾਂ ਕਿਸੇ ਨੇ ਬਣਾਇਆ ਹੋਏਗਾ ਨਾ। ਗੁਰੂ ਸਾਹਿਬ ਕਹਿੰਦੇ ਨਹੀਂ, ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਉਹ ਸਹਿ ਭੰਗ ਹੈ, ਸਿਉਮ ਭਾਵ ਇਹ ਸੰਸਕ੍ਰਿਤ ਹੈ। ਸਵੈਂ ਉਹ ਸੁੱਤੇ ਸੇ ਪ੍ਰਕਾਸ਼ ਹੋਇਆ ਹੈ। ਉਹ ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਬਣਾਇਆ ਬਣਿਆ ਨਹੀਂ ਹੈ। ਜੇ ਕਿਸੇ ਨੇ ਬਣਾਇਆ ਹੁੰਦਾ ਤੇ ਉਹਦਾ ਫਿਰ ਮਾਂ ਪਿਓ ਵੀ ਹੁੰਦਾ। ਪਰਮਾਤਮਾ ਤੂੰ ਆਪੇ ਹੀ ਆਪ ਹੈ। ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਹਦਾ ਕੋਈ ਸਾਨੀ ਨਹੀਂ ਹੈ, ਉਹਦਾ ਕੋਈ ਮਾਤਾ ਪਿਤਾ ਨਹੀਂ। ਉਹ ਕਿਸੇ ਦੇ ਗਰਭ ਵਿੱਚੋਂ ਨਹੀਂ ਆਇਆ, ਕਿਉਂਕਿ ਉਹਦਾ ਰੂਪ ਹੈ ਜਿਹੜਾ, ਉਹ ਕਿਸੇ ਦਾ ਬਣਾਇਆ ਨਹੀਂ ਹੈ, ਕਿਉਂਕਿ ਰੂਪ ਨਹੀਂ ਹੈ, ਉਹਦਾ ਰੰਗ ਨਹੀਂ ਹੈ। ਇਸ ਤਰ੍ਹਾਂ ਇਹ ਪਰਮਾਤਮਾ ਸਾਰਿਆਂ ਨੂੰ ਬਣਾਉਂਦਾ ਹੈ, ਪਰ ਉਹ ਆਪਣਾ ਆਪ ਜੋ ਬਣਿਆ ਆਪਣੇ ਆਪ ਵਿੱਚੋਂ ਬਣਿਆ ਹੈ। ਸਿਉਂਬਮ ਗੜਨ ਭੰਜਨਹਾਰ, ਉਹ ਪਰਮਾਤਮਾ ਸਾਰਿਆਂ ਨੂੰ ਬਣਾਉਂਦਾ ਵੀ ਹੈ, ਘੜਦਾ ਵੀ ਹੈ, ਤੇ ਫਿਰ ਭੰਨਦਾ ਵੀ ਹੈ। ਹੁਣ ਜਿੰਨੀ ਸ੍ਰਿਸ਼ਟੀ ਬਣਾਈ ਹੈ, ਫਿਰ ਉਹਨੂੰ ਸਾਡੇ ਜੀਵਾਂ ਨੂੰ ਪੈਦਾ ਵੀ ਕਰਦਾ ਹੈ, ਫਿਰ ਸਾਡਾ ਨਾਸ਼ ਵੀ ਕਰਦਾ ਹੈ। ਮਾਰੇ ਰਾਖੇ ਏਕੋ ਆਪ, ਮਾਨੂ ਕਹਿ ਕਿਛ ਨਾਹੀ ਆਤ। ਸਾਡੇ ਹਲਤ ਪੱਲੇ ਕੁਛ ਵੀ ਨਹੀਂ ਹੈ। ਤੁਮਾਰੇ ਕਹਿੰਦੇ ਕਾਲਹੀਨ ਕਲਾ ਸੰਜੂਗਤ, ਉਹ ਕਾਲ ਤੋਂ ਰਹਿਤ ਹੈ। ਪਿੱਛੇ ਪੜ੍ਹ ਕੇ ਆਏ ਆ ਨਾ, ਉਹ ਅਕਾਲ ਹੈ। ਸਾਨੂੰ ਸਭ ਨੂੰ ਕਾਲ ਨੇ ਇੱਕ ਦਿਨ ਖਾ ਜਾਣਾ ਹੈ। ਮਾਰੇ ਕਹਿੰਦੇ ਨਾ ਕਾਲ ਤੋਂ ਪਹੁੰਚਿਓ ਹੈ ਆਨ, ਕਾਲ ਤੇ ਆ ਹੀ ਜਾਣਾ ਹੈ। ਕਹਾਂ ਭਾਜ, ਜੇ ਕਿੱਥੇ ਭੱਜੀ ਜਾ ਰਹੇ, ਕਾਲ ਤੇ ਤੇਰੇ ਕੋਲ ਆ ਚੁੱਕਾ ਹੈ। ਪਰ ਪਰਮਾਤਮਾ ਜਦ ਮੈਂ ਤੇਰੇ ਵੱਲ ਦੇਖਣਾ, ਤੂੰ ਕਾਲਹੀਨ ਹੈ, ਤੈਨੂੰ ਕਾਲ ਨਹੀਂ ਖਾ ਸਕਦਾ। ਕਾਲਹੀਨ ਕਲਾ ਸੰਜੂਗਤ, ਤੇਰੀ ਜਿਹੜੀ ਸ਼ਕਤੀਆਂ ਨੇ ਉਹ ਕਲਾ ਸਹਿਤ ਨੇ। ਤੇਰੇ ਕੋਲ ਹਰ ਤਰ੍ਹਾਂ ਦੀ ਸ਼ਕਤੀ ਹੈ। ਮਾਇਆ ਵੀ ਤੂੰ ਹੀ ਬਣਾਈ ਹੈ, ਜੀਵਾਂ ਦੇ ਅੰਦਰ ਤਾਕਤ ਵੀ ਤੂੰ ਹੀ ਭਰਨਾ ਹੈ, ਕਿਉਂਕਿ ਸਾਰੀ ਕਲਾ ਤੇ ਤੇਰੇ ਕੋਲ ਹੈ, ਔਰ ਜਦੋਂ ਚਾਹੇ ਉਹਨਾਂ ਕੋਲ ਖੋਹ ਵੀ ਲੈਣਾ ਹੈ। ਇਸ ਕਰਕੇ ਤੂੰ ਕਾਲਹੀਨ ਕਲਾ ਸੰਜੂਗਤ, ਅਕਾਲ ਪੁਰਖ ਆਦੇਸ਼, ਤੂੰ ਅਕਾਲ ਹੈ। ਇਸ ਕਰਕੇ ਆਦੇਸ਼ ਤੈਨੂੰ ਮੈਂ ਨਮਸਕਾਰ ਕਰਦਾ ਹਾਂ, ਜਿਹੜਾ ਤੂੰ ਸਭ ਦੇ ਵਿੱਚ ਸਮਾਇਆ ਹੋਇਆ ਹੈ। ਪਰਮਾਤਮਾ ਮੈਂ ਤੇਰੇ ਅੱਗੇ ਨਮਸਕਾਰ ਕਰਦਾ। ਆਦੇਸ਼ ਹੁੰਦਾ ਨਮਸਕਾਰ। ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਪੜ੍ਹਿਆ ਨਾ 4 ਪੌੜੀਆਂ, ਮਹਾਰਾਜ ਕਹਿੰਦੇ ਨੇ ਆਦੇ ਤਿਸੈ ਆਦੇਸ਼। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਫਲਾਣਾ ਬ੍ਰਹਮਾ ਧਰਤੀ ਨੂੰ ਪੈਦਾ ਕੀਤਾ, ਇਸ ਤਰ੍ਹਾਂ ਦੀਆਂ ਉਹਨਾਂ ਨੇ 3 ਵਿਉਂਤ ਬਣਾ ਰੱਖੀਆਂ ਸੀ। ਮਹਾਰਾਜ ਕਹਿੰਦੇ ਨਹੀਂ, ਉਹ ਚਲਾਉਣ ਵਾਲਾ ਉਹ ਪਰਮਾਤਮਾ ਹੈ। ਤੇ ਫਿਰ ਕਹਿੰਦੇ ਨੇ ਆਦੇ ਤਿਸੈ ਆਦੇਸ਼। ਇਹ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਵਾਂ, ਜਿਹੜਾ ਆਦ ਤੋਂ ਹੈ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇ, ਹਰ ਯੁੱਗ ਵਿੱਚ ਇੱਕੋ ਜਿਹਾ, ਇੱਕੋ ਵੇਸ ਹੈ ਉਹਦਾ। ਮੈਂ ਉਸ ਪਰਮਾਤਮਾ ਨੂੰ ਜਿਹਦਾ ਕੋਈ ਮੁੱਢ ਨਹੀਂ, ਉਸ ਪਰਮਾਤਮਾ ਨੂੰ ਮੈਂ ਨਮਸਕਾਰ ਕਰਦਾ ਵਾਂ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਧਰਮ ਧਾਮ ਸੁਪਰਮ ਰਹਿਤ,
ਤੂੰ ਧਰਮਾਂ ਦਾ ਧਾਮ ਟਿਕਾਣਾ, ਸਭ ਤੋਂ ਵੱਡਾ ਧਰਮੀ ਤੂੰ ਹੈ। ਅਸੀਂ ਤੇ ਚੋਲੇ ਪਾ ਕੇ ਰੂਪ ਬਣਾ ਕੇ ਧਰਮੀ ਬਣੇ ਆ ਨਾ, ਪਰ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਤੋਂ ਵੱਡਾ ਧਰਮੀ ਕੋਈ ਨਹੀਂ ਜੇ। ਉਹ ਸਭ ਤੋਂ ਵੱਡਾ ਧਰਮ ਦਾ ਧਾਮ ਭਾਵ ਸਭ ਤੋਂ ਵੱਡਾ ਧਰਮੀ ਹੈ। ਭਰਮ ਰਹਿਤ, ਇੱਥੇ ਕੋਸ਼ਿਸ਼ ਕਰੋ ਰਹਿਤ ਨਾ ਪੜੋ। ਜੇ ਰਹਿਤ ਪੜਾਂਗੇ ਨਾ ਤੇ ਅਸੀਂ ਰਰੇ ਨੂੰ ਦੋ ਸਿਹਾਰੀਆਂ ਲਾ ਰਹੇ ਹਾਂ, ਇੱਥੇ ਰਹਿਤ, ਕਿਉਂਕਿ ਤਿੰਨੋਂ ਮੁਕਤਾ ਅੱਖਰ ਹੈਗੇ ਨੇ। ਜਿਸ ਤਰ੍ਹਾਂ ਅਸੀਂ ਕਹਿਤ ਪੜ ਜਾਂਦੇ ਹਾਂ ਨਾ, ਕ ਕੱਕਾ ਹਾਹਾ ਤੇ ਤੱਤਾ, ਉਹਨੂੰ ਪੜੀਦਾ ਕਹਿਤ, ਕਿਉਂਕਿ ਕਹਿ ਕੱਕੇ ਨੂੰ ਦੁਲਾਵਾਂ ਤੇ ਲੱਗੀਆਂ ਹੀ ਨਹੀਂ ਹੈ। ਇੱਥੇ ਮਾਰ ਕਹਿ ਰਹੇ ਸੁਭਰਮ ਰਹਿਤ, ਉਹ ਭਰਮਾਂ ਤੋਂ ਰਹਿਤ ਹੈ, ਉਹਨੂੰ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੈ। ਸਾਨੂੰ ਤੇ ਭਰਮ ਹੀ ਪਏ ਹੋਏ ਨੇ ਕਿ ਅਸੀਂ ਪਤਾ ਨਹੀਂ ਇਹ ਅੱਗੇ ਜਾ ਕੇ ਅਸੀਂ ਇਹ ਕਰਾਂਗੇ। ਇਹ ਭਰਮ ਹੀ ਤੇ ਨੇ ਸਾਡੇ ਵਿੱਚ, ਭਾਵੇਂ ਪਲ ਦੀ ਖਬਰ ਨਹੀਂ ਹੈ। ਪਰ ਪਰਮਾਤਮਾ ਨੂੰ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੈ। ਅਭੂਤ ਅਲਖ ਅਬੇਸ, ਉਹ ਅਭੂਤ ਹੈ, ਉਹ ਪੰਜਾਂ ਤੱਤਾਂ ਤੋਂ ਰਹਿਤ ਹੈ। ਅਸੀਂ ਸਭ ਪੰਜਾਂ ਤੱਤਾਂ ਦੇ ਬਣੇ ਹਾਂ, ਧਰਤੀ, ਆਕਾਸ਼, ਮਿੱਟੀ, ਪਾਣੀ, ਹਵਾ। ਇਹਦੇ ਨਾਲ ਬਣ ਕੇ ਅਸੀਂ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਗੁਰੂ ਤੇਗ ਬਹਾਦਰ ਸਾਹਿਬ। ਅਸੀਂ ਜਿਤਨੇ ਵੀ ਸਰੀਰ ਆ ਪੰਜਾਂ ਤੱਤਾਂ ਦੇ ਬਣੇ ਆ, ਤੇ ਜਦੋਂ ਸਾਡੀ ਮੌਤ ਹੋਣੀ ਹੈ ਪੰਜਾਂ ਤੱਤਾਂ ਵਿੱਚ ਲੀਨ ਹੋ ਜਾਣੇ ਨੇ। ਪਰ ਪਰਮਾਤਮਾ ਤੂੰ ਅਭੂਤ ਹੈ, ਤੂੰ ਪੰਜਾਂ ਤੱਤਾਂ ਤੋਂ ਰਹਿਤ ਹੈ, ਕਿਉਂਕਿ ਤੂੰ ਜੇ ਪੰਜਾਂ ਤੱਤਾਂ 'ਚ ਹੋਏਗਾ ਫਿਰ ਤੇਰਾ ਸਰੀਰ ਵੀ ਹੋਏਗਾ, ਤੂੰ ਸਰੀਰ ਤੋਂ ਰਹਿਤ ਹੈ। ਇਸ ਕਰਕੇ ਅਭੂਤ ਅਲਖ ਅਭੇਸ, ਤੂੰ ਅਦ੍ਰਿਸ਼ ਹੈ, ਤੂੰ ਲਖਿਆ ਨਹੀਂ ਜਾ ਸਕਦਾ। ਭੇਸ ਤੋਂ ਵੀ ਰਹਿਤ ਹੈ, ਤੇਰਾ ਕੋਈ ਭੇਸ ਹੀ ਨਹੀਂ। ਜਦ ਤੇਰਾ ਸਰੀਰ ਹੀ ਨਹੀਂ ਹੋਏਗਾ ਭੇਸ ਕਿੱਥੋਂ ਹੋਏਗਾ? ਸਰੀਰ ਦੇ ਨਾਲ ਹੀ ਭੇਸ ਹੁੰਦੇ ਨੇ। ਜੇ ਸਾਡਾ ਸਰੀਰ ਹੈ ਭੇਸ ਵੀ ਨੇ। ਸਾਨੂੰ ਵੇਖ ਕੇ ਕੋਈ ਕਹੇਗਾ ਅਸੀਂ ਸਿੱਖ ਹਾਂ, ਮੁਸਲਮਾਨ ਨੂੰ ਕਹੇਗਾ ਇਹਦਾ ਭੇਸ, ਸਭ ਨੇ ਭੇਸ ਬਣਾ ਰੱਖੇ ਨੇ। ਕਿਸੇ ਨੇ ਨੀਲੇ ਕੱਪੜੇ ਪਾਏ ਨੇ, ਕਿਸੇ ਨੇ ਗਹਿਰੂ ਰੰਗ ਦੇ ਪਾਏ ਨੇ, ਕਿਸੇ ਨੇ ਭਰਵੇਂ ਰੰਗ ਦੇ ਪਾਏ ਨੇ, ਕਿਸੇ ਨੇ ਚਿੱਟੇ ਪਾਏ ਨੇ, ਕਿਸੇ ਨੇ ਕਾਲੇ ਪਾਏ ਨੇ। ਸਭ ਦੇ ਭੇਸ ਨੇ, ਪਰ ਪਰਮਾਤਮਾ ਦਾ ਕੋਈ ਭੇਸ ਨਹੀਂ, ਕਿਉਂਕਿ ਉਹਦਾ ਕੋਈ ਸਰੀਰ ਹੀ ਨਹੀਂ ਹੈ। ਅੰਗ ਰਾਗ ਨਾ ਰੰਗ ਜਾ ਕੇ, ਹੇ ਪਰਮਾਤਮਾ ਤੇਰਾ ਕੋਈ ਰੰਗ, ਤੇਰੇ ਕੋਈ ਸਰੀਰ, ਕਿਸੇ ਦੇ ਨਾਲ ਮੋਹ ਨਹੀਂ ਹੈ। ਦੇਖੋ ਮੋਹ ਤਦ ਹੁੰਦਾ ਹੈ ਜੇ ਮੈਂ ਸਰੀਰ ਹਾਂ ਤੇ ਮੇਰਾ ਸਰੀਰ ਦੇ ਨਾਲ ਕਿਸੇ ਨਾਲ ਮੋਹ ਹੋਏਗਾ, ਪਰ ਪਰਮਾਤਮਾ ਸਰੀਰ ਹੈ ਹੀ ਨਹੀਂ, ਉਹਦਾ ਕੋਈ ਅੰਗ ਹੀ ਨਹੀਂ ਹੈ। ਸਾਡੇ ਹੱਥ ਪੈਰ ਮੂੰਹ ਕੰਨ ਨੇ, ਪਰਮਾਤਮਾ ਅੰਗਾਂ ਤੋਂ ਰਹਿਤ ਹੈ। ਇਸ ਕਰਕੇ ਅੰਗ ਰਾਗ ਨਾ ਰੰਗ ਜਾ ਕੇ, ਉਸ ਪਰਮਾਤਮਾ ਦਾ ਕੋਈ ਰੰਗ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਰੀਰ ਨਹੀਂ। ਜੇ ਸਰੀਰ ਨਹੀਂ ਤੇ ਰਾਗ ਵੀ, ਮੋਹ ਵੀ ਨਹੀਂ ਹੈ। ਜਦੋਂ ਸਰੀਰਾਂ ਵਿੱਚ ਬੰਦਾ ਵਿਚਰਦਾ ਹੈ ਨਾ, ਆਪਣੇ ਆਪ ਨੂੰ ਸਰੀਰ ਸਮਝਦਾ ਹੈ ਤੇ ਮੋਹ ਦੇ ਜਾਲ ਵਿੱਚ ਫਸ ਜਾਂਦਾ ਹੈ। ਪਰ ਪਰਮਾਤਮਾ ਮੋਹ ਦੇ ਜਾਲ ਤੋਂ ਹਟ ਕੇ ਵੇ। ਜਾਤ ਪਾਤ ਨਾ ਨਾਮ, ਉਹਦਾ ਕੋਈ ਜਾਤ ਪਾਤ ਨਹੀਂ ਹੈ। ਗਰਭ ਗੰਜਨ, ਉਹ ਗਰਭ ਹੰਕਾਰ, ਹੰਕਾਰੀਆਂ ਨੂੰ ਤੋੜਨ ਵਾਲਾ ਹੈ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਪੜ੍ਹੀ ਦੇ ਨਾ ਆਸਾ ਦੀ ਵਾਰ 24 ਛੱਕਾ, ਹਰ ਜੂਜੂ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮਾਰ ਕਹਿੰਦੇ ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਦੋਂ ਜਦੋਂ ਸਮੇਂ ਦੀ ਲੋੜ ਪਈ, ਰਾਵਣ ਵਰਗਿਆਂ ਨੂੰ, ਕੰਸ ਵਰਗਿਆਂ ਨੂੰ, ਹਰਨਾਕਸ਼ ਵਰਗਿਆਂ ਨੂੰ ਮਹਾਰਾਜ ਨੇ ਕਿਹਾ, ਉਸ ਪਰਮਾਤਮਾ ਨੇ ਮਾਰ ਮੁਕਾਇਆ ਜਿਹੜੇ ਹੰਕਾਰੀ ਬਣੇ ਪਏ ਸਨ। ਗਰਭ ਗੰਜਨ ਦੁਸ਼ਟ ਭੰਜਨ, ਦੁਸ਼ਟਾਂ ਨੂੰ ਵੀ ਮਾਰ ਮੁਕਾਇਆ। ਬੜੇ ਬੜੇ ਦੁਸ਼ਟ ਪੈਦਾ ਹੋਏ ਨੇ, ਦੈਤ ਪੈਦਾ ਹੋਏ ਨੇ, ਪਰ ਪਰਮਾਤਮਾ ਨੇ ਸਮੇਂ ਅਨੁਸਾਰ ਆਪ ਕੋਈ ਨਾ ਕੋਈ ਰੂਪ ਧਾਰ ਕੇ, ਕਿਸੇ ਨੂੰ ਕਿਸੇ ਦੇ ਵਿੱਚ ਧਾਰ ਕੇ ਰੂਪ, ਉਸ ਦੀ ਜਿਹੜੀ ਵਿਕਾਰਾਂ ਵਾਲੀ ਬਿਰਤੀ ਉਸ ਨੂੰ ਖਤਮ ਕੀਤਾ। ਮੁਕਤ ਦਾਏ ਕਾਮ, ਉਹ ਮੁਕਤੀ ਦੇਣ ਵਾਲਾ ਹੈ, ਕਾਮਨਾ ਤੋਂ ਰਹਿਤ ਹੈ, ਉਹ ਮੁਕਤ ਹੀ ਹੈ। ਆਪ ਮੁਕਤ ਕਰੇ ਸੰਸਾਰ, ਆਪ ਰੂਪ ਅਮੀਕ ਅਨ ਉਸਤਤ। हे ਪਰਮਾਤਮਾ ਤੂੰ ਆਪਣੇ ਰੂਪ ਵਾਲਾ ਆਪ ਹੀ ਹੈ, ਤੇਰੇ ਵਰਗਾ ਰੂਪ ਕਿਸੇ ਦਾ ਹੋ ਹੀ ਨਹੀਂ ਸਕਦਾ, ਕਿਉਂਕਿ ਤੇਰਾ ਰੂਪ ਹੀ ਕੋਈ ਨਹੀਂ। ਇਸ ਕਰਕੇ ਤੇਰੇ ਵਰਗਾ ਕੋਈ ਵੀ ਨਹੀਂ ਹੈ। ਅਨ ਉਸਤਤ, ਤੂੰ ਉਸਤਤ ਤੋਂ ਤੂੰ ਉੱਚਾ ਹੈ, ਮਾਇਆ ਦੇ ਪ੍ਰਭਾਵ ਤੋਂ ਤੂੰ ਉੱਚਾ ਹੈ। ਏਕ ਪੁਰਖ ਅਵਧੂਤ, ਅਵਧੂਤ ਹੁੰਦਾ ਪਵਿੱਤਰ। ਹੈ ਪਰਮਾਤਮਾ ਤੂੰ ਪਵਿੱਤਰ ਹੈ। ਅਸੀਂ ਸਭ ਦਾਗਾਂ ਦੇ ਲੱਗੇ ਹੋਏ ਹਾਂ, ਕਿਸੇ ਨਾ ਕਿਸੇ ਦੀ
ਮੈਲ ਚਮੜੀ ਹੋਈ ਹੈ, ਹੰਕਾਰ ਦੀ ਚੜੀ ਹੈ, ਮੋਹ ਦੀ ਚੜੀ ਹੈ, ਲੋਭ ਦੀ ਚੜੀ ਹੋਈ ਹੈ। ਪਰਮਾਤਮਾ ਤੂੰ ਪਵਿੱਤਰ ਹੈ। ਗਰਭ ਗੰਜਨ, ਹੰਕਾਰ ਤੋੜਨ ਵਾਲਾ, ਸਰਬ ਭੰਜਨ, ਸਾਰਿਆਂ ਨੂੰ ਮੁਕਾਉਣ ਵਾਲਾ, ਆਦ ਰੂਪ ਤੋਂ ਭਾਵ ਕਿ ਸਭ ਤੋਂ ਮੁੱਢ ਤੋਂ ਰੂਪ ਅਸੂਤ, ਤੂੰ ਅਜਨਮ ਹੈ, ਤੂੰ ਸੂਤਿਆ ਨਹੀਂ ਹੈ, ਤੂੰ ਕਿਸੇ ਦੇ ਮਾਤਾ ਦੇ ਗਰਭ ਵਿੱਚੋਂ ਜੰਮਿਆ ਨਹੀਂ ਹੋਇਆ, ਤੂੰ ਅਜਨਮ ਹੈ। ਅੰਗਹੀਨ, ਤੂੰ ਅੰਗਾਂ ਤੋਂ ਵੀ ਰਹਿਤ ਹੈ, ਕਿਉਂਕਿ ਸਰੀਰ ਹੀ ਨਹੀਂ ਤੇਰਾ। ਅਭੰਗ ਅਨਾਤਮ, ਨਾਸ਼ ਤੋਂ ਰਹਿਤ ਹੈ। ਜੇ ਸਰੀਰ ਹੋਏਗਾ ਤੇ ਨਾਸ਼ ਹੋਏਗਾ ਨਾ। ਅਸੀਂ ਖਿਆਲ ਬਣਾ ਲਈਏ ਕਿ ਪਰਮਾਤਮਾ ਵੀ ਨਾਸ਼ ਤੋਂ ਰਹਿਤ ਹੈ, ਸਾਡੇ ਗੁਰੂ ਵੀ ਨਾਸ਼ ਤੋਂ ਰਹਿਤ ਨੇ। ਇਹ ਜਿਹੜੀ ਬਾਣੀ ਹੈ ਉਹੀ ਰੱਬ ਹੈ, ਤੇ ਬਾਣੀ ਬੋਲ ਕਦੀ ਵੀ ਨਹੀਂ ਮੁੱਕਦੇ, ਉਹਦੀ ਕਦੀ ਮੌਤ ਨਹੀਂ ਹੁੰਦੀ। ਤਾਂ ਹੀ ਮਹਾਰਾਜ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਤੁਸੀਂ ਸ਼ਬਦ ਦੇ ਵਿੱਚ ਕਿਸੇ ਰੂਪ ਬਣਾ ਕੇ ਪਰਮਾਤਮਾ ਦਾ, ਗੁਰੂ ਨਾਨਕ ਦਾ ਰੂਪ ਬਣਾ ਕੇ ਨਾ ਜਪੋ, ਉਹਨੂੰ ਸ਼ਬਦ ਬਣਾ ਕੇ ਜਪੋ, ਸ਼ਬਦ ਨੂੰ ਗਾਇਨ ਕਰੋ। ਸ਼ਬਦ ਦੇ ਵਿੱਚ ਮਰਨਾ ਹੈ। ਜੇ ਸ਼ਬਦ 'ਚ ਇੱਕ ਵਾਰੀ ਮਰ ਗਏ ਫਿਰ ਦੁਬਾਰਾ ਮਰਨ ਨਹੀਂ ਹੋਣਾ। ਤੋ ਮਹਾਰਾਜ ਕਹਿੰਦੇ ਏਕ ਪੁਰਖ ਅਪਾਰ, ਅਕਾਲ ਪੁਰਖ ਆਪ ਹੀ ਉਹ ਸ਼ਕਤੀਮਾਨ ਹੈ, ਉਹ ਸਭ ਦੇ ਵਿੱਚ ਸਮਾਇਆ ਹੈ, ਉਹ ਅਪਰੰਪਾਰ ਹੈ। ਸਰਬ ਲਾਇਕ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਸਰਬ ਕਾਇਕ, ਮਾਰਨ ਵਾਲਾ ਵੀ। ਇਹ ਰਿਪੀਟ ਹੋ ਰਹੇ ਨੇ ਅੱਖਰ ਕਿਉਂਕਿ ਜਾਪ ਸਾਹਿਬ ਹੈ। ਸਰਬ ਕੋ ਪ੍ਰਤਪਾਲ, ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਮਾਰੇ, ਉਹ ਸਾਡਾ ਮਾਲਕ ਹੈ। ਸਰਵਗੰਤਾ, ਸਾਰਿਆਂ ਤੱਕ ਪਹੁੰਚ ਸਕਦਾ ਹੈ। ਸਰਬਹੰਤਾ, ਸਾਰਿਆਂ ਨੂੰ ਮਾਰ ਮੁਕਾਉਂਦਾ ਹੈ। ਇੱਕ ਪਰਮਾਤਮਾ ਐਸਾ ਹੈ ਜਿਹੜਾ ਸਾਰਿਆਂ ਤੱਕ ਪਹੁੰਚ ਸਕਦਾ ਹੈ। ਦੇਖੋ ਇਹਨੂੰ ਥੋੜਾ ਹੋਰ ਈਜ਼ੀ ਲੈ ਲਓ। ਸਮੇਂ ਦੀਆਂ ਸਰਕਾਰਾਂ ਜਦ ਵੀ ਵਿਪਤਾ ਪੈਂਦੀ ਹੈ ਨਾ, ਇਹਨਾਂ ਦਾ ਕੰਮ ਹੁੰਦਾ ਹੈ ਕਿ ਅਸੀਂ ਸਾਰਿਆਂ ਆਪਣੇ ਦੇਸ਼ ਨੂੰ, ਕੰਟਰੀ ਨੂੰ, ਸਭ ਨੂੰ ਸਮੇਂ ਅਨੁਸਾਰ ਸਹੂਲਤਾਂ ਦਈਏ, ਫੈਸਿਲਿਟੀਜ਼ ਦਈਏ, ਇਹੀ ਹੁੰਦਾ ਹੈ। ਪਰ ਕਈ ਵਾਰੀ ਸਮੇਂ ਐਸੇ ਬਣ ਜਾਂਦੇ ਨੇ, ਜਿਸ ਤਰ੍ਹਾਂ ਕਰੋਨਾ ਆਇਆ ਸੀ ਤੇ ਸਰਕਾਰਾਂ ਨੇ ਵੀ ਹੱਥ ਖੜੇ ਕਰ ਦਿੱਤੇ, ਉਹ ਵੀ ਪਹੁੰਚ ਨਹੀਂ ਸਕੇ। ਉਹ ਕਹਿੰਦੇ ਨੇ ਜੀ ਸਾਡੇ ਕੋਲ ਵੀ ਹੁਣ, ਜਿਸ ਤਰ੍ਹਾਂ ਚਾਈਨਾ ਵਿੱਚ, ਉਹ ਵੀ ਹੱਥ ਖੜੇ ਕਰਤੇ। ਅਮਰੀਕਾ ਵਰਗੀਆਂ ਡਿਵੈਲਪਮੈਂਟ ਕੰਟਰੀਆਂ ਨੇ ਵੀ ਹੱਥ ਖੜੇ ਕਰ ਦਿੱਤੇ। ਕਹਿੰਦੇ ਨੇ ਅਸੀਂ ਵੀ ਉਹ ਸਾਰਿਆਂ ਤੱਕ, ਉਹ ਵੀ ਜਿਹੜੇ ਦਾਅਵਾ ਕਰਨ ਵਾਲੇ ਵੀ ਨਾ, ਉਹ ਵੀ ਨਹੀਂ, ਮਤਲਬ ਕਿ ਸਿਰ ਸੱਟ ਦਿੱਤਾ ਉਹਨਾਂ ਨੇ। ਪਰ ਪਰਮਾਤਮਾ, ਜਦ ਮੈਂ ਤੇਰੇ ਵੱਲ ਵੇਖਣਾ, ਗੁਰੂ ਗੋਬਿੰਦ ਸਿੰਘ ਮੈਂ ਕਹਿੰਦਾ ਸਰਬਗੰਤਾ, ਤੇਰੀ ਹਰ ਤੱਕ ਪਹੁੰਚੇ। ਅੱਜ ਕੋਈ ਵੀ ਮਨ ਕਰਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ, ਉਹ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਤੇ ਪਰਮਾਤਮਾ ਤਾਂ ਸਾਡੇ ਕੋਲ ਪਹੁੰਚਿਆ ਹੀ ਹੈ। ਅਸੀਂ ਕਿਉਂ ਯਾਦ ਕਰਨੇ ਆ ਪਰਮਾਤਮਾ ਨੂੰ? ਪਰਮਾਤਮਾ ਨਹੀਂ ਭੁੱਲਿਆ, ਅਸੀਂ ਭੁੱਲੇ ਹੋਏ ਹਾਂ। ਫਿਰ ਧਿਆਨ ਦੇਣਾ, ਪਰਮਾਤਮਾ ਤੇ ਸਾਡੇ ਕੋਲ ਪਹੁੰਚਿਆ ਹੋਇਆ ਹੈ। ਪਹੁੰਚਿਆ ਤਾਂ ਹੀ ਤੇ ਮੈਂ ਬੋਲ ਰਿਹਾ। ਅਸੀਂ ਨਹੀਂ ਪਹੁੰਚੇ। ਮੇਰੇ ਅੰਦਰ ਪਰਮਾਤਮਾ, ਤੁਹਾਡੇ ਅੰਦਰ ਪਰਮਾਤਮਾ ਹੈ, ਪਰ ਅਸੀਂ ਪਹੁੰਚ ਨਹੀਂ ਪਾਏ ਉਹਦੇ ਕੋਲ। ਕਿਉਂ ਨਹੀਂ ਪਹੁੰਚ ਪਾਏ? ਕਿਉਂਕਿ ਅਸੀਂ ਰੱਬ ਨੂੰ ਕਿਤੇ ਹੋਰ ਸਮਝਦੇ ਰਹੇ। ਰੱਬ ਅੰਦਰ ਹੀ ਸੀ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਹੇ ਪਰਮਾਤਮਾ, ਤੂੰ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ, ਸਾਰਿਆਂ ਤੱਕ ਪਹੁੰਚਣਾ ਹੈ। ਜਿਹੜਾ ਵੀ ਕੋਈ, ਹੁਣ ਦ੍ਰੋਪਦੀ ਨੇ ਯਾਦ ਕੀਤਾ ਤੇ ਪਰਮਾਤਮਾ ਕਿਸ਼ਨ ਦਾ ਰੂਪ ਧਾਰ ਕੇ ਆਇਆ ਨਹੀਂ, ਤੇ ਉਹਨੇ ਕਿਹਾ ਲੇਟ ਕਿਉਂ ਕੀਤਾ ਤੁਸੀਂ ਕਿਸ਼ਨ ਜੀ? ਤੇ ਕਿਸ਼ਨ ਨੇ ਇਹ ਜਵਾਬ ਦਿੱਤਾ ਸੀ, ਤੂੰ ਮੈਨੂੰ ਯਾਦ ਹੀ ਲੇਟ ਕੀਤਾ, ਮੈਂ ਵੀ ਤੇ ਕੋਲ ਹੀ ਖੜਾ ਸੀ। ਰੱਬ ਤੇ ਮਾਰੇ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛਣ ਦਾ। ਉਹ ਤੇ ਨਾਲ ਹੀ ਹੈ, ਉਹ ਨਹੀਂ ਭੁੱਲਿਆ। ਅਸੀਂ ਵਾਹਿਗੁਰੂ ਕਿਉਂ ਕਹਿੰਦੇ ਆ? ਕਿਉਂਕਿ ਅਸੀਂ ਭੁੱਲਿਆ, ਵਾਹਿਗੁਰੂ ਨਹੀਂ ਭੁੱਲਿਆ ਹੋਇਆ। ਵਾਹਿਗੁਰੂ ਭੁੱਲ ਜਾਏ ਤੇ ਸਾਡੀ ਮੌਤ ਹੋ ਜਾਏ। ਵਾਹਿਗੁਰੂ ਸਾਨੂੰ ਯਾਦ ਨਹੀਂ ਹੈ। ਵਾਹਿਗੁਰੂ ਤੇ ਸਾਡੇ ਨਾਲ ਹੀ ਹੈ, ਉਹ ਮੈਨੂੰ ਚਲਾ ਰਿਹਾ ਹੈ, ਮੈਂ ਚੱਲ ਰਿਹਾ। ਜਦੋਂ ਵਾਹਿਗੁਰੂ ਨੇ ਅਸੀਂ ਯਾਦ ਨਹੀਂ ਕਰਦੇ ਤੇ ਤਾਂ ਹੀ ਭੁੱਲਿਆ ਨਾ, ਉਹ ਸਾਨੂੰ ਥੋੜ੍ਹਾ ਭੁੱਲੇਗਾ। ਉਹ ਭੁੱਲਦਾ ਨਹੀਂ ਹੈ, ਤਾਂ ਹੀ ਤਾਂ ਅਸੀਂ ਚੱਲ ਰਹੇ ਹਾਂ ਉਹਦੇ ਨਾਲ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸਾਰਿਆਂ ਨੂੰ ਮਾਰਨ ਵਾਲਾ ਔਰ ਸਭ ਤੱਕ ਪਹੁੰਚਣ ਵਾਲਾ। ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਉਹ ਕੋਈ ਵੀ ਪੁਕਾਰ ਕਰਦਾ ਹੈ, ਉਹ ਆ ਜਾਂਦਾ ਹੈ ਹੀ ਉਹਦੇ ਕੋਲ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਇੱਕ ਬਬੀਹੇ ਨੇ ਪੁਕਾਰ ਕੀਤੀ ਕਿ ਮੈਨੂੰ ਉਸ
ਸਵਾਂਤੀ ਬੂੰਦ ਦੀ ਲੋੜ ਹੈ। ਤੇ ਉਹਨੇ ਕਿਹਾ, ਅੱਛਾ ਤੂੰ ਯਾਦ ਕੀਤਾ ਮੈਨੂੰ ਦਿਲੋਂ, ਮੇਘੇ ਨੂੰ ਫਰਮਾਨ ਹੋਆ ਵਰਸੋਂ ਕਿਰਪਾ ਧਾਰ। ਫਿਰ ਉਸ ਮੇਘੇ ਨੂੰ, ਉਸ ਬੱਦਲਾਂ ਨੂੰ ਫਰਮਾਨ ਹੋ ਗਿਆ, ਭਾਈ ਬਾਰਿਸ਼ ਕਰੋ, ਮੇਰਾ ਇੱਕ ਚਾਹਣ ਵਾਲਾ ਬਬੀਹਾ ਇੱਕ ਸਵਾਂਤੀ ਬੂੰਦ ਵਾਸਤੇ ਤਰਸ ਰਿਹਾ, ਤੁਸੀਂ ਬਰਸ ਕਿਉਂ ਨਹੀਂ ਰਹੇ? ਤੇ ਬਰਸ ਪਿਆ, ਪਹੁੰਚੇ ਨਾ ਉਹਦੀ ਹਰ ਇੱਕ ਜਗ੍ਹਾ ਤੇ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਹੇ ਪਰਮਾਤਮਾ ਤੂੰ ਸਾਰਿਆਂ ਤੱਕ ਪਹੁੰਚਣਾ ਹੈ, ਸਰਬ ਤੇ ਅਨਭੇਖ, ਤੂੰ ਭੇਖਾਂ ਤੋਂ ਰਹਿਤ ਹੈ। ਅਸੀਂ ਸਭ ਲੋਕ ਭੇਖੀ ਹਾਂ, ਪਰਮਾਤਮਾ ਦਾ ਭੇਖੀ ਨਹੀਂ ਹੈ। ਪਰਮਾਤਮਾ ਇਸ ਤਰ੍ਹਾਂ ਦੀਆਂ ਚਲਾਕੀਆਂ ਨਹੀਂ। ਅਸੀਂ ਤੇ ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚੀਆਂ। ਅਸੀਂ ਬਾਹਰੋਂ ਹੋਰ ਹਾਂ, ਅੰਦਰੋਂ ਹੋਰ ਹਾਂ। ਸਰਬ ਤੇ ਅਨਭੇਖ, ਸਰਬ ਸ਼ਾਸਤਰ ਨਾ ਜਾਣੇਹੀ, ਜੇ ਰੂਪ ਰੰਗ ਰੇਖ। ਮਹਾਰਾਜ ਕਹਿੰਦੇ ਨੇ ਸਾਰੇ ਸ਼ਾਸਤਰ ਵੀ, ਸਾਰੇ ਵੇਦ ਵੀ ਨਹੀਂ ਜਾਣ ਸਕਦੇ ਉਹਦਾ ਰੂਪ ਰੰਗ ਕੈਸਾ ਹੈ। ਦੇਖੋ, ਭਾਵੇਂ ਜਿੰਨੇ ਮਰਜੀ 6 ਸ਼ਾਸਤਰ ਨੇ, 4 ਵੇਦ ਨੇ, 18 ਪੁਰਾਣ, 27 ਸਿਮਰਤੀਆਂ, ਇਹ ਵੱਡੇ ਵੱਡੇ ਵੇਦ ਗ੍ਰੰਥ ਨੇ ਨਾ ਸਾਡੇ, ਜੋ ਸਨਾਤਨੀ ਧਰਮ ਦੇ। ਮਹਾਰਾਜ ਕਹਿੰਦੇ ਨੇ ਸਾਰੇ ਸ਼ਾਸਤਰ, ਜਿਸ 6 ਸ਼ਾਸਤਰ ਮੰਨੇ ਗਏ ਨੇ, ਨਿਸ਼ਾਨ ਸ਼ਾਸਤਰ, ਨਿਆਏ ਸ਼ਾਸਤਰ, ਯੋਗ ਸ਼ਾਸਤਰ, ਵਿਭਾਸ਼ਾ ਸ਼ਾਸਤਰ ਤੇ ਪੂਰਬੀ ਵਿਭਾਸ਼ਾ ਸ਼ਾਸਤਰ। ਇਹ 6 ਸ਼ਾਸਤਰ ਨੇ। 4 ਵੇਦ ਨੇ ਜਿਹੜੇ ਰਾਵਣ ਨੂੰ ਕੰਠ ਸਨ। 18 ਪੁਰਾਣ, 27 ਸਿਮਰਤੀਆਂ। ਮਹਾਰਾਜ ਕਹਿੰਦੇ ਨੇ ਇਹ ਵੀ ਪਰਮਾਤਮਾ ਦਾ ਰੂਪ ਰੰਗ ਅਰੇਕ ਨਹੀਂ ਦੱਸ ਸਕਦੇ। ਪਰਮ ਵੇਦ ਪੁਰਾਣ ਜਾ ਕੇ, ਪਰਮ ਵੇਦ, ਵੇਦ ਪੁਰਾਣ ਵੀ ਮੇਨ ਜਿਹੜੇ ਵੇਦ ਪੁਰਾਣ ਨੇ ਉਹ ਵੀ ਨਹੀਂ ਦੱਸ ਸਕਦੇ। ਨੇਤ ਪਾਖਤ ਨਿਤ, ਉਸ ਪਰਮਾਤਮਾ ਦੀਆਂ ਵਡਿਆਈਆਂ ਨੂੰ ਮਹਾਰਾਜ ਕਹਿੰਦੇ ਨੇ ਉਹ ਕੀ ਵਜ੍ਹਾ ਹੈ, ਉਹ ਕੋਈ ਨਹੀਂ ਦੱਸ ਸਕਦਾ। ਨੇਤ ਪਾਖਤ ਨਿਤ, ਉਹ ਪਰਮਾਤਮਾ ਨੂੰ ਕੋਈ ਨਹੀਂ। ਦੇਖੋ, ਜਿਤਨੇ ਵੇਦ ਪੁਰਾਣ ਹੈਗੇ ਨੇ ਨਾ, ਜਿੰਨੇ ਵੀ ਸਿਮਰਤੀਆਂ ਵਗੈਰਾ ਜਿਤਨੀਆਂ ਵੀ ਨੇ, ਉਸ ਪਰਮਾਤਮਾ ਬਾਰੇ ਉਹਦਾ ਵਰਣਨ ਨਹੀਂ ਕਰ ਸਕਦੀਆਂ। ਉਹਨਾਂ ਨੇ ਇੱਕੋ ਗੱਲ ਅਖੀਰ ਵਿੱਚ ਇਹੀ ਲਿਖ ਦਿੱਤੀ ਹੈ, ਨਾ ਇਤੀ ਨਾ ਇਤੀ ਨਾ ਇਤੀ। ਕੋਈ ਵੀ ਤੁਸੀਂ ਸ਼ਾਸਤਰ ਪੜ੍ਹੋ ਨਾ, ਜਦੋਂ ਸਮਾਪਤੀ ਹੁੰਦੀ ਹੈ ਨਾ ਉਸ ਸ਼ਾਸਤਰ ਦੀ, ਤੇ ਪਿੱਛੇ ਲਿਖਿਆ ਹੁੰਦਾ ਨਾ ਇਤੀ ਨਾ ਇਤੀ ਨਾ ਇਤੀ। ਉਹਦਾ ਮਤਲਬ ਇਹੀ ਹੈ ਕਿ ਬਸ ਮੈਂ ਲਿਖ ਬੈਠਾ, ਪਰ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਮੈਂ। ਇਹ ਪਰਮਾਤਮਾ ਦੀ ਵਿਚਾਰ ਨਹੀਂ ਜੇ ਪੂਰੀ। ਮਹਾਰਾਜ ਤੇ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਵਾਓ ਜੀਓ। ਇਹ ਜਿਤਨੀਆਂ ਵੀ ਵਿਚਾਰਾਂ ਹੋ ਰਹੀਆਂ ਨੇ, ਜਿਤਨੇ ਵੀ ਪਰਮਾਤਮਾ ਬਾਰੇ ਗੱਲਾਂ ਹੋ ਰਹੀਆਂ ਨੇ, ਇਹ ਪਰਮਾਤਮਾ ਦੀ ਸੰਪੂਰਨ ਵਿਚਾਰ ਨਹੀਂ ਹੈ। ਜੇ ਸੰਪੂਰਨ ਵਿਚਾਰ ਕਰਦੀ ਤੇ ਉਹ ਦਾਇਰੇ ਵਿੱਚ ਆ ਜਾਏਗਾ। ਵੱਡੀ ਗੱਲ ਦੇਖੋ ਧਿਆਨ ਨਾਲ, ਇਹ ਪਰਮਾਤਮਾ ਦੇ ਸਭ ਆਈਡੀਆ ਲਗਾਏ ਜਾ ਰਹੇ ਨੇ, ਇੱਕ ਅਨੁਮਾਨ ਲਗਾਏ ਜਾ ਰਹੇ ਨੇ। ਹਰ ਸ਼ਾਸਤਰ ਵੇਦ ਭਾਵੇਂ ਜਿੰਨੇ ਵੀ ਲਿਖੇ ਗਏ ਨੇ, ਇਹ ਸਿਰਫ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ। ਧਿਆਨ ਦੇਣਾ, ਪਰਮਾਤਮਾ ਦਾ ਅੰਤ ਨਹੀਂ ਦੱਸ ਰਹੇ। ਮਤ ਸੋਚੋ ਕਿ ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਂ ਉਹਦਾ ਅੰਤ ਪਾ ਲਿਆ। ਮਹਾਰਾਜ ਕਹਿੰਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੇ ਕਿਆ ਮਨਮੰਤ। ਮਹਾਰਾਜ ਲਾਸਟ ਕਹਿੰਦੇ, ਅੰਤ ਕਾਰਨ ਕੇਤੇ ਬਿੱਲਾ ਹੈ ਤਾਕੇ ਅੰਤ ਨਾ ਪਾਏ। ਉਹਦਾ ਅੰਤ ਨਹੀਂ ਜੇ। ਜਿਤਨੇ ਸ਼ਾਸਤਰ ਵੇਦ ਗ੍ਰੰਥ ਪੁਰਾਣ ਜਿਤਨੇ ਵੀ ਨੇ, ਇਹ ਸਿਰਫ ਵਡਿਆਈਆਂ ਕਰ ਰਹੇ ਨੇ। ਪਰਮਾਤਮਾ ਦੀ ਅੰਤ ਓੜਕ ਨਹੀਂ ਲੱਭ ਸਕਦੇ। ਤੋ ਇਹੀ ਲਿਖ ਦਿੰਦੇ ਨੇ, ਨਾ ਇਤੀ ਨਾ ਇਤੀ। ਬਸ ਇਸ ਤੋਂ ਅੱਗੇ ਬਹੁਤ ਕੁਛ ਹੈ। ਅਸੀਂ ਤੇ ਸਮੁੰਦਰ ਦੇ ਵਿੱਚੋਂ ਇੱਕ ਲੋਟਾ ਕੱਢ ਕੇ ਰੱਖਿਆ ਵੇ। ਹੁਣ ਕੋਈ ਸਮੁੰਦਰ ਵਿੱਚੋਂ ਲੋਟਾ ਕੱਢ ਕੇ ਪਾਣੀ ਦਾ ਕਵੇ ਕਿ ਮੈਂ ਸਮੁੰਦਰ ਨੂੰ ਵੇਖ ਲਿਆ, ਸਾਰਾ ਸਮੁੰਦਰ ਦਾ ਅੰਤ ਪਾ ਲਿਆ, ਤੇ ਫਿਰ ਲੋਟਾ ਵੀ ਕਹੇਗਾ। ਕਿਸੇ ਨੇ ਕਿਹਾ ਸੀ ਨਾ, ਇੱਕ ਮਹਾਤਮਾ ਲੰਘ ਰਹੇ ਸਨ, ਇੱਕ ਬੱਚਾ ਜਿਹਨੂੰ ਬੁੱਧ ਕਹਿੰਦੇ ਨੇ, ਉਹ ਬੈਠਾ ਸਮੁੰਦਰ ਦੇ ਕਿਨਾਰੇ, ਉਹਨੇ 40-50 ਕਟੋਰੇ ਲਏ ਹੋਏ। ਉਹ ਭਰੀ ਜਾ ਰਿਹਾ ਸੀ, ਕਟੋਰੇ ਭਰੀ ਜਾ ਰਿਹਾ ਸੀ ਪਾਣੀ ਦੇ। ਸਮੁੰਦਰ ਵਿੱਚੋਂ ਕੱਢ ਕੇ ਉਹਨੇ ਢੇਰ ਲਾ ਲਿਆ।
ਕੋਲੋਂ ਕੋਈ ਲੰਘ ਰਿਹਾ ਸੀ ਤੇ ਉਹਨੇ ਕਿਹਾ ਕੀ ਕਰ ਰਹੇ ਹੋ? ਕਹਿੰਦਾ ਜੀ ਮੈਂ ਸਮੁੰਦਰ ਨੂੰ ਇਸ ਲੋਟਿਆਂ ਵਿੱਚ ਪਾ ਰਿਹਾ। ਉਹ ਮੁਸਕਰਾ ਪਿਆ, ਕਹਿੰਦਾ ਕਦੋਂ ਤੋਂ? ਮੈਂ ਕਹਿੰਦਾ ਬੜੇ ਦਿਨ ਹੋ ਗਏ ਨੇ, ਮੈਂ ਸਾਰਾ ਸਮੁੰਦਰ ਨਾ ਲੋਟੀਆਂ ਵਿੱਚ ਪਾ ਕੇ ਖਤਮ ਕਰ ਦੇਣਾ। ਉਹ ਕਹਿੰਦਾ ਝਲਿਆ, ਸਮੁੰਦਰ ਦਾ ਕੋਈ ਅੰਤ ਨਹੀਂ, ਤੂੰ ਇਹ ਵਜੇ ਕਰੋੜਾਂ ਭਾਂਡੇ ਵੀ ਲਿਆ ਨਾ, ਅਰਬਾਂ ਭਾਂਡੇ ਵੀ ਲਿਆ, ਤੇ ਸਮੁੰਦਰ ਇੱਕ ਕੁੱਜੇ ਵਿੱਚ ਨਹੀਂ ਆ ਸਕਦਾ। ਕਹਿੰਦਾ ਐਸੀ ਗੱਲ ਹੈ? ਉਹਨੇ ਸਾਰੇ ਭਾਂਡੇ ਚੁੱਕ ਕੇ ਸਮੁੰਦਰ ਸੁੱਟਤੇ। ਕਹਿੰਦਾ ਜੇ ਸਮੁੰਦਰ ਇਹਦੇ ਵਿੱਚ ਨਹੀਂ ਆ ਸਕਦਾ, ਇਹ ਤਾਂ ਸਮੁੰਦਰ ਵਿੱਚ ਜਾ ਸਕਦੇ ਨੇ। ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ, ਪਰ ਅਸੀਂ ਉਹਦੇ ਵਿੱਚ ਪਾ ਕੇ ਉਹਦੇ ਵਿੱਚ ਸਮਾ ਤੇ ਸਕਣੇ ਆ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਦੇਖੋ ਪਰਮਾਤਮਾ ਨੂੰ ਅੰਤ ਨਹੀਂ ਕੋਈ ਪਾ ਸਕਦਾ। ਜੇ ਮੈਂ ਹੁਣ ਮੱਛੀ ਅੰਦਰ ਸਮੁੰਦਰ ਵਿੱਚ ਵੜੇ ਕੇ ਜੀ ਮੈਂ ਅੰਤ ਪਾ ਲਿਆ, ਨਹੀਂ ਭਾਈ, ਮੱਛੀ ਉਹਦਾ ਸਵਾਦ ਲੈ ਸਕਦੀ ਹੈ। ਅਸੀਂ ਵੀ ਪਰਮਾਤਮਾ ਦੀਆਂ ਅੰਤ ਨਹੀਂ ਲੈਣਾ, ਉਹਦੀ ਸਿਫਤਾਂ ਦਾ ਆਨੰਦ ਲੈਣਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਸਮਝਾਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਪਰਮ ਵੇਦ ਪੁਰਾਣ ਜਾ ਕੇ ਨੇਤ ਪਾਖਤ ਨਿਤ। ਉਹਨਾਂ ਨੇ ਵੇਖ ਕੇ ਕਹਿ ਦਿੱਤਾ ਕੋਟ ਸਿਮਰਤ ਪੁਰਾਣ ਸ਼ਾਸਤਰ, ਇਹ ਸਾਰੇ ਗ੍ਰੰਥ ਨੇ। ਨਾ ਆਵਈ ਵੋ ਚਿਤ, ਕਹਿੰਦੇ ਨੇ ਸ਼ਾਸਤਰਾਂ ਕਰੋੜਾਂ ਸਿਮਰਤੀਆਂ ਸਾਰਿਆਂ ਨੇ ਇਹ ਕਹਿ ਦਿੱਤਾ ਕਿ ਉਸ ਪਰਮਾਤਮਾ ਦੀਆਂ ਸਿਫਤਾਂ ਦੀਆਂ ਚਿਤਵਿਆ ਨਹੀਂ ਜਾ ਸਕਦਾ, ਭਾਵ ਉਹਦਾ ਅੰਤ ਨਹੀਂ ਪਾ ਸਕਦਾ। ਉਹਦਾ ਵਾਸਤੇ ਸਾਨੂੰ ਨਮਸਕਾਰ ਹੀ ਬਣਦੀ ਹੈ। ਦੇਖੋ ਕਿਤਨੀ ਕਮਾਲ ਦੀਆਂ ਵਿਚਾਰਾਂ ਇਹ ਰਵਾਲ ਛੰਦ ਦੇ ਅੰਦਰ ਗੁਰੂ ਸਾਹਿਬ ਨੇ ਸਾਨੂੰ ਅੱਜ ਦਿੱਤੀਆਂ। ਮੈਂ ਕਹਿੰਦਾ ਜੇ ਸਮਝ ਜਾਈਏ ਅਸੀਂ ਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ, ਦੇਖੋ ਆਉਣ ਵਾਲੇ ਦਿਨ ਜਿਹੜੇ ਚੱਲਦੇ ਪਏ ਨੇ ਬੜੇ ਹੀ ਇਹ ਦਰਦਨਾਕ ਦਿਨ ਨੇ, ਜਿਹਦੇ ਵਿੱਚ ਉਹ ਸ਼ਹੀਦੀਆਂ ਗੁਰੂ ਸਾਹਿਬ ਦੇ ਲਾਡਲੇ ਫਰਜ਼ੰਦਾਂ ਦੀਆਂ ਔਰ ਜੋ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਸੰਸਾਰ ਵਿੱਚ ਨਹੀਂ ਹੋ ਸਕਦਾ। ਅਗਰ ਦੇਖੋ ਮੈਂ ਸਿੱਖ ਧਰਮ ਵਿੱਚ ਹਾਂ, ਤੁਸੀਂ ਸਿੱਖ ਧਰਮ ਵਿੱਚ ਹੋ, ਅਸੀਂ ਵਡਿਆਈ ਧਿਆਨ ਦੇਣਾ ਜਰਾ, ਅਸੀਂ ਵਡਿਆਈ ਗੁਰੂ ਦੀ ਕਰਨੇ ਆ ਤੇ ਸਾਰੇ ਕਹਿਣਗੇ ਹਰ ਕੋਈ ਕਰਦਾ ਆਪਣੇ ਧਰਮ ਦੀ, ਕਰਦਾ ਨਾ। ਮੁਸਲਮਾਨ ਹੋਏਗਾ ਮੁਹੰਮਦ ਸਾਹਿਬ ਦੀ ਕਰੇਗਾ, ਤੇ ਸਿੱਖ ਹੋਏਗਾ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰੇਗਾ ਸੁਭਾਵਕ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਦ ਕੋਈ ਦੂਜੇ ਧਰਮ ਦਾ ਕੋਈ ਗੁਰੂ ਸਾਹਿਬ ਦੀ ਉਸਤਤ ਕਰਦਾ ਹੈ ਨਾ, ਉਸ ਵੇਲੇ ਮਾਣ ਮਹਿਸੂਸ ਕਰਿਆ ਕਰੋ। ਨਹੀਂ ਤੇ ਧਾਰਮਿਕ ਦੂਜੇ ਲੋਕ ਨਾ, ਧਾਰਮਿਕ ਲੋਕ ਜਿਹੜੇ ਦੂਜੇ ਧਰਮਾਂ ਦੇ ਹਮੇਸ਼ਾ ਦੂਜੇ ਧਰਮ ਨਾਲ ਈਰਖਾ ਕਰਦੇ ਨੇ। ਮੈਂ ਗੁਰੂ ਨਾਨਕ ਦੀ ਸਿਫਤ ਕਰਾਂ, ਉਹ ਕਹਿਣਗੇ ਹਾਂ ਤੇ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਗੋਬਿੰਦ ਦਾ ਸਿੱਖ ਹੈ, ਕਰੇਗਾ, ਸੁਭਾਵਕ ਹੈ। ਪਰ ਜਦੋਂ ਕੋਈ ਮੁਸਲਮਾਨ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਕਰੇਗਾ, कहता बस हिंद में एक ही तीर्थ है यात्रा के लिए, जहां बाप ने कटाए बच्चे खुदा के लिए। उन्हें 2 किताबां लिखियां अल्लाह यार खां जोगी ने, भावें उन्होंने इस्लाम विचों खारिज कर दिता, पर उन्हें कहा मैं सच्चाई लिखण नूं मैं कदी गुरेज नहीं करांगा। कि ऐसा गुरु गोबिंद सिंह महाराज कहते ने या तो अखां तो वेखी होवे गल ते या कन्नां तो सुनी होवे, कहते ने सदियां पहला भी किसी ने ऐसा कोई पीर पैगंबर पैदा नहीं होया ते आने वालियां सदियां तक भी कोई गुरु गोबिंद सिंह वर्गा पैदा नहीं होएगा। उन्हां देखो जिस संसार विच कोई हुण सनातनी धर्म कट्टर आर्यवादी दौलत राय, उन्हें अपनी लिखत विच कलम बंद करके उन्हें लिखा गुरु गोबिंद सिंह महाराज की सिफत। उन्हें क्या संसार दे विच 3 तरह के बंदे मशहूर होंदे ने, या तो दान दे के,
ध्यान देना, या दान दे के, या भगती करके, या दान दे के, या भगती करके, या सूरवीरता दे नाल। पर कहते ने दौलत राय जी पक्का कट्टर आए, मतलब कि आर्यवादी कर आर्य जड़े होंगे ने कट्टर, जिस हिंदू धर्म ही कट्टर कहते हैं। वो कहते गुरु गोबिंद सिंह महाराज जिहड़ा दानी होया ना, उन्हें भगती नहीं की होएगी। जे भगती की होएगी तो उन्हें दान नहीं दिता होएगा। जे सूरवीर होएगा तो वह भगत नहीं होएगा। पर गुरु गोबिंद सिंह महाराज जब मैं तुहाडे वाल वेखना, तुहाडे वर्गा कोई दानी नहीं है। लोगों ने ते माया दे के, सोना दे के, जमीन दे के अपने नाम दानी लिखवाए हुए ने ना। पर गुरु गोबिंद सिंह महाराज तुसी सरबंस दान दे के, कोई भी संसार दे विच ऐसा दानी नहीं होया जिन्हें सरबंस दान किया हो। और कमाल दी गल, एक भी हंजू अपनी अखां तो नहीं निकलिया। वही आनंद की अवस्था सी जिहड़ी आनंदपुर विच सी। उही अवस्था चमकौर की गढ़ी दे विचों जद निकलदियां जोड़े ला दिते कि केसां दे महाराज तुसी दया सिंह जी देखो। मैं वड्डी गल कल भी सोच रहा सी। भाई दया सिंह जी कहंदे ने महाराज तुसी एक ते पुत्र बचा लेंदे, दोवां दा पता नहीं, ते दो तुसी इत्थे चमकौर की गढ़ी दे विच शहीद कराए ने। जे अपने प्यारियां नूं बचा सकते सन, दो प्यारियां नूं, ते अपनी फरजंद नहीं बचा सकते सन। देखो गुरु गोबिंद सिंह महाराज वो कहते ने एक ते बचा लेंदे, तुहाडा वंश ते चलदा। ते गुरु गोबिंद सिंह महाराज कहा सी साडे वाल इशारा करके, इन पुत्रन के शीस पर वार दिए सुत चार, चार मुए तो क्या हुआ जीवत कई हजार। और ऐसा कोई प्यो है जिहड़ा चमकौर की गढ़ी तो निकलन वक्त जोड़े ला के निकले, कलगी ला लई, इहदा की भाव सी। महाराज तुसी जोड़े भी ला लेने, रात का समा है। भाई दया सिंह कहते ने इहदा भाव ये पता लगता है कि गुरु गोबिंद सिंह महाराज ने वो शहीद सिंघां लई एक फरमान जारी कर दिता कि सिर की दस्तार तो भाव कलगी तो लैके जोड़े तक मैं अपना आप वार दिता है सारा कुछ। ऐसा कोई प्यो है कि लाशां तो कोलों निकल रहा है, नंगे जोड़े पैर, नंगी पैरी। ते भाई दया सिंह जी कहते ने पुत्रां वाल ते वेख लो। कहते ने ऐना मोह नहीं है तुहाडे विच, रुको ते सही। दया सिंह जी कहते रुको महाराज, इस तरह करा मैं दुमाला अपना ला के घट्टो घट दो पाड़ करके अजीत सिंह ते जुझार सिंह ते पा देवां मैं। देखो कोई गरीब तो गरीब भी मरे ना ते कफन उन्होंने भी मिल जाता है। वो शहीदियां जिहड़ियां वो अजीत सिंह जी वर्गे जिहड़े मखमली जोड़े जिहड़े लाहौर तो बन के आते सन, पिशोर तो ड्रैसां बन के आंदियां सन, ऐसियां सोहणियां कलगियां लगियां हुई वो वस्त्र, रेशम के वस्त्र पहन वाले। ते गुरु गोबिंद सिंह महाराज ने उस परमात्मा के हुक्म दे विच यही कहा कि बाकी सिंघां दा फिर की करेगा। उन्होंने पुत्रां नूं तो वध सिखां नाल प्यार किया। उन्होंने यह भी कहा कि ऐसे कफन भी है ही जिहड़ा 40 नूं पवा दे, बाकी भी तो मेरे अपने पुत्रां तो ज्यादा सिखां नूं प्यार किया है। ते रुक गए ते अपनी गोद विच ना अजीत सिंह जी का मुखड़ा लिया ते कमर कस्से विचों रुमाल कढ़िया ते चेहरा पूंज रहे हैं।
ਭਾਈ ਦਇਆ ਸਿੰਘ ਵੇਖ ਰਹੇ ਨੇ, ਮਹਾਰਾਜ ਲੱਗਦਾ ਮੋਹ ਜਾਗ ਪਿਆ, ਜਿਹੜਾ ਚਿਹਰਾ ਪੂੰਝ ਰਹੇ ਨੇ, ਕਿਉਂਕਿ ਉਸ ਚਿਹਰੇ ਦੇ ਵਿੱਚ ਮਿੱਟੀ ਡਸਟ ਬੜੀ ਲੱਗੀ ਸੀ, ਕੱਚੀ ਗੜੀ ਸੀ। ਮਹਾਰਾਜ ਕੀ ਗੱਲ, ਬੱਚਿਆਂ ਕਰਕੇ ਮੂੰਹ ਜਾਗ ਪਿਆ ਜੇ? ਕਹਿੰਦੇ ਨਹੀਂ ਦਇਆ ਸਿੰਘ, ਮੈਂ ਤੇ ਚਿਹਰਾ ਤਾਂ ਪੂੰਝ ਰਿਹਾ ਕਿ ਇਹ ਵੇਖਣਾ ਚਾਹਨਾ ਕਿ ਜਦ ਇਹ ਸ਼ਹੀਦ ਹੋਇਆ ਮੇਰਾ ਬੱਚਾ, ਇਸ ਦੇ ਚਿਹਰੇ ਤੇ ਸ਼ਿਕਨ ਤੇ ਨਹੀਂ ਸੀ। ਤੋ ਸਾਧ ਸੰਗਤ, ਗੁਰੂ ਸਾਹਿਬ ਤੇ ਇਹ ਵਜ੍ਹਾ ਦਾਨੀ ਕੋਈ ਹੋ ਸਕਿਆ? ਅਸੀਂ ਪੁੱਤਰਾਂ ਦੇ ਵਿਆਹਾਂ ਤੇ ਮਾਇਆ ਕਿਉਂ ਲੁਟਾਉਂਦੇ ਹਾਂ ਕਿ ਇਹਦੇ ਵਾਸਤੇ ਮਾਇਆ ਕੁਛ ਵੀ ਨਹੀਂ ਹੈ। ਗੁਰੂ ਸਾਹਿਬ ਨੇ ਤੇ ਇਸ ਧਰਤੀ ਲਈ, ਇਸ ਦੇਸ਼ ਲਈ, ਇੱਕ ਸ਼ਾਇਰ ਨੇ ਬੜੀ ਅੱਛੀ ਕਲਮ ਨਾਲ ਲਿਖਿਆ, ਇਹ ਜੋ ਅੱਖੀਆਂ ਤੱਕ ਰਹੀਆਂ ਨੇ, ਇਹ ਜੋ ਅੱਖੀਆਂ ਤੱਕ ਰਹੀਆਂ ਨੇ, ਐਸਾ ਕੋਈ ਪਸਾਰਾ ਨਹੀਂ ਹੁੰਦਾ। ਮੰਦਰਾਂ ਵਿੱਚ ਨਾ ਟਲ ਖੜਕਦੇ, ਪੂਜਾ ਲਈ ਕੋਈ ਤਿਆਰ ਨਾ ਹੁੰਦਾ, ਨਾ ਕੋਈ ਰਾਮ ਦਾ ਉਪਾਸਕ ਹੁੰਦਾ, ਜਪਦਾ ਕੋਈ ਮੁਰਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ। ਸੁਨਤ ਸਭ ਨੇ ਕੀਤੀ ਹੁੰਦੀ, ਜੰਜੂਆਂ ਦਾ ਗਲ ਹਾਰ ਨਾ ਹੁੰਦਾ, ਗੁਰੂ ਗੋਬਿੰਦ ਅਵਤਾਰ ਨਾ ਹੁੰਦਾ ਤਾਂ ਹਿੰਦੂਆਂ ਦਾ ਬੇੜਾ ਪਾਰ ਨਾ ਹੁੰਦਾ। ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ, ਜੇ ਦਾਨੀ ਉਹਨਾਂ ਵਰਗੇ ਨਾ ਹੁੰਦੇ, ਤੇ ਇਸ ਦੇਸ਼ ਦਾ, ਇਸ ਹਿੰਦੂ ਧਰਮ ਦਾ ਬੇੜਾ ਪਾਰ ਨਹੀਂ ਹੋਣਾ ਸੀ। ਇਹ ਤੇ ਕਿਰਤ ਧਨ ਨੇ ਕਈ ਲੋਕ ਜਿਨ੍ਹਾਂ ਨੇ ਇਸ ਲਾਸਾਨੀ ਸ਼ਹੀਦੀਆਂ ਨੂੰ ਐਵੇਂ ਗਵਾ ਦਿੱਤਾ ਹੈ। ਤਾਂ ਗੁਰਮੁਖੋ, ਇਹ ਜੇ ਦਿਹਾੜੇ ਚੱਲ ਰਹੇ ਨੇ ਗੁਰੂ ਸਾਹਿਬ ਦੀ ਸ਼ਹਾਦਤਾਂ ਦੇ ਬੱਚਿਆਂ ਦੇ, ਪੂਰਾ ਸਰਬੰਸ ਦਾਨ ਕਰ ਦਿੱਤਾ, ਪਿਤਾ ਮਾਤਾ ਚਾਰੋਂ ਲਾਲ। ਭਾਈ ਦਇਆ ਸਿੰਘ ਕਹਿੰਦੇ ਕੁਛ ਤੇ ਬਚਾ ਲੈਂਦੇ, ਇੱਕ ਤੇ ਬੱਚਾ। ਕਹਿੰਦੇ ਨੇ ਮਹਾਰਾਜ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾ, ਮੈਂ ਭਾਵੇਂ ਉਜੜ ਜਾ, ਮੇਰਾ ਪਰਿਵਾਰ ਉਜੜ ਜਾਏ, ਪਰ ਮੇਰਾ ਇਹ ਪੰਥ ਵਸਦਾ ਰਹੇ। ਤੇ ਜਦੋਂ ਅਸੀਂ ਬਿਊਟੀ ਪਾਰਲਰ ਤੇ ਜਾ ਕੇ ਕੇਸਾਂ ਦੀ ਬੇਦਬੀ ਕਰਨੇ ਆ ਨਾ, ਉਸ ਵੇਲੇ ਉਸ ਆਪਣੇ ਚਿਹਰੇ ਨੂੰ, ਆਪਣੀ ਸੁਰਤ ਨੂੰ ਚਮਕੌਰ ਦੀ ਘੜੀ ਲੈ ਕੇ ਜਾਇਆ ਕਰੋ, ਤੇ ਤੁਸੀਂ ਇਹ ਪਾਪ ਤੋਂ ਬਚ ਜਾਓਗੇ। ਜਿਨ੍ਹਾਂ ਨੇ ਧਰਮ ਤੇ ਪੰਥ ਦੀ ਖਾਤਰ ਆਪਣਾ ਸਰਬੰਸ, ਮੈਂ ਪਹਿਲਾਂ ਕਿਹਾ, ਉਹ ਦੌਲਤ ਰਾਏ ਕਹਿੰਦਾ ਦਾਨੀ ਬੜੇ ਨੇ, ਪਰ ਕਿਸੇ ਨੇ ਸਰਬੰਸ ਦਾਨ ਨਾ ਕੀਤਾ। ਦੱਸੋ, ਤੁਹਾਡੇ ਬੱਚੇ ਨੂੰ ਬੁਖਾਰ ਹੋ ਜਾਏ, ਤੁਹਾਨੂੰ ਰੋਟੀ ਨਹੀਂ ਖਾਣੀ ਚੰਗੀ ਲੱਗੇਗੀ, ਪਰ ਗੁਰੂ ਸਾਹਿਬ ਦੋ ਦਾ ਪਤਾ ਨਹੀਂ, ਤੇ ਦੋਨਾਂ ਨੂੰ ਇਸ ਤਰ੍ਹਾਂ ਨਿਕਲ ਗਏ ਜਿਸ ਤਰ੍ਹਾਂ ਕੁਛ ਵੀ ਚਿਹਰੇ ਤੇ ਸ਼ਿਕਨ ਨਹੀਂ। ਤੇ ਦਾਨੀ ਉਹਨਾਂ ਵਰਗਾ ਕੋਈ ਨਹੀਂ। ਭਗਤੀ ਉਹਨਾਂ ਨੇ ਸਰਸੇ ਤੇ ਵੀ ਕੀਤੀ, ਅੰਮ੍ਰਿਤ ਵੇਲੇ ਜਿਹੜੀ ਅਨੰਦਪੁਰ ਕੀਤੀ। ਫੌਜਾਂ ਪਿੱਛੇ ਲੱਗੀਆਂ ਨੇ ਤਾਂ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ। ਚਮਕੌਰ ਦੀ ਗੜੀ 10 ਲੱਖ ਦਾ ਘੇਰਾ ਪਿਆ, ਸ਼ਾਮ ਨੂੰ ਸੋਦਰ ਉੱਥੇ ਵੀ ਕੀਤੀ। ਜੇ ਭਗਤੀ ਵੱਲ ਵੇਖਨੇ ਆ, ਲੋਕਾਂ ਨੇ ਤੇ ਘਰ-ਬਾਰ ਛੱਡ ਕੇ ਜੰਗਲਾਂ ਵੀ ਜਾ ਕੇ ਭਗਤੀ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਔਖੇ, ਸਾਡੇ ਘਰ ਵਿੱਚ ਇੱਕ ਵਿਆਹ ਆ ਜਾਏ, ਮੌਤ ਆ ਜਾਏ, ਅਸੀਂ ਨਿਤਨੇਮ ਭੁੱਲ ਜਾਂਦੇ ਹਾਂ। ਗੁਰੂ ਸਾਹਿਬ ਨੇ 10 ਲੱਖ ਦਾ ਘੇਰਾ ਹੋਵੇ ਤਾਂ ਵੀ ਉਸ ਪਰਮਾਤਮਾ ਦੀ ਬੰਦਗੀ ਨਹੀਂ ਛੱਡੀ। ਤੇ ਜੇ ਦਾਨੀ ਉਹਨਾਂ ਵਰਗਾ ਕੋਈ ਨਹੀਂ, ਜੇ ਉਹਨਾਂ ਵਰਗੀ ਭਗਤੀ ਕੋਈ ਨਹੀਂ, ਤੇ ਸੂਰਵੀਰਤਾ 14 ਜੰਗਾਂ ਲੜੀਆਂ ਨੇ ਮਹਾਰਾਜ ਨੇ। ਕੋਈ ਜ਼ਰ ਜ਼ੋਰੂ ਜ਼ਮੀਨ ਕਰਕੇ ਨਹੀਂ, ਸਿਰਫ ਜ਼ਾਲਮਾਂ ਨੂੰ, ਉਹਨਾਂ ਦੇ ਜ਼ੁਲਮ ਨੂੰ, ਵਾਲੇ ਕਿਸੇ ਬੰਦੇ ਨਾਲ ਵੈਰ ਨਹੀਂ ਮਹਾਰਾਜ ਦਾ। 14 ਜੰਗਾਂ, ਇੱਕ ਵੀ ਜੰਗ ਨਹੀਂ ਹਾਰੀ। ਔਰ ਵੱਡੀ ਗੱਲ ਮੈਂ ਕੱਲ ਸੋਚ ਰਿਹਾ ਸੀ ਕਿ ਇੱਕ ਵੀ ਜੰਗ ਜਿੱਤਣ ਤੋਂ ਬਾਅਦ 1 ਇੰਚ ਜਗ੍ਹਾ ਵੀ ਨਹੀਂ ਲਈ ਕਿ ਕਬਜ਼ਾ ਕੀਤਾ ਹੋਵੇ। ਸਿਕੰਦਰ ਵਰਗੇ ਜਿੱਥੇ ਜਿੱਤਦੇ ਸਨ ਨਾ, ਆਪਣਾ ਇੱਕ ਰੁਤਬਾ, ਜਿਸ ਤਰ੍ਹਾਂ ਇੱਥੇ ਮੁਗਲ ਆਏ, ਮੁਗਲਾਂ ਨੇ ਪੂਰਾ ਰਾਜ ਕੀਤਾ, ਬਈ ਅਸੀਂ ਜਿੱਤਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1 ਇੰਚ ਵੀ ਜਗ੍ਹਾ ਨਹੀਂ ਲਈ। ਤੋ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਆਗਮਨ ਪੁਰਬ ਵੀ ਆ ਰਿਹਾ ਹੈ, ਵਿਚਾਰਾਂ ਤੇ ਬਹੁਤ ਨੇ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਹੈ, ਜਿਹੜੇ ਬੰਨੇ ਵੀ ਲੈ ਜਾਈਏ
ਸਿਫਤਾਂ ਨਹੀਂ ਮੁਕਨੀਆਂ, ਸਿਫਤੀ ਭਰੇ ਤੇਰੇ ਭੰਡਾਰਾ। ਉਹਦੇ ਤੇ ਭੰਡਾਰ ਭਰੇ ਪਏ ਨੇ। ਆਖਣ ਵਾਲਾ ਕਿਆ ਵਿਚਾਰਾ, ਆਖਣ ਵਾਲਾ ਕੀ ਕਹਿ ਸਕਦਾ ਹੈ? ਸਿਫਤੀ ਦੇ ਭੰਡਾਰੇ ਭਰੇ ਪਏ ਨੇ। ਸਿਫਤਾਂ ਨਹੀਂ ਮੁਕਨੀਆਂ ਸਾਡੀਆਂ, ਅਸੀਂ ਮੁੱਕ ਜਾਣਾ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਤਮਸਤਕ ਹੋਈਏ ਔਰ ਆਉਣ ਵਾਲੇ ਦਿਨਾਂ ਵਿੱਚ ਮਹਾਰਾਜ ਦੀਆਂ ਖੁਸ਼ੀਆਂ ਲਈਏ ਔਰ ਘਰਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਕਥਾ ਕਹਾਣੀਆਂ ਜ਼ਿਕਰ ਕਰੀਏ ਤਾਂ ਕਿ ਇਹ ਸਾਡੇ ਜ਼ਿਹਨ ਦੇ ਅੰਦਰ ਵਸ ਜਾਣ ਔਰ ਅਸੀਂ ਸਿੱਖੀ ਵਿੱਚ ਬਿਲਕੁਲ ਤਿਆਰ ਬਰ ਤਿਆਰ ਹੋਈਏ। ਆਪਣੀ ਰੋਮਾਂ ਦੀ ਬੇਦਬੀ ਨਾ ਕਰੀਏ। ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੀਏ। ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੀਏ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਉਹਨਾਂ ਨੂੰ ਇਹ ਪਤਾ ਲੱਗੇ ਕਿ ਉਹ ਸਾਡੇ ਵਿੱਚੋਂ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਦੇਖਣਾ ਚਾਹੁੰਦੇ ਨੇ ਅਤੇ ਅਸੀਂ ਉਹ ਜਿਹਾ ਕਾਰਜ ਕਰੀਏ ਤਾਂ ਕਿ ਅਸੀਂ ਵੀ ਗੁਰੂ ਵਾਲੇ ਤੇ ਗੁਰੂ ਵਰਗੇ ਤੇ ਨਹੀਂ ਬਣ ਸਕਦੇ ਪਰ ਗੁਰੂ ਦੀ ਅਸੀਸ ਦੇ ਪਾਤਰ ਤੇ ਜ਼ਰੂਰ ਬਣ ਜਾਈਏ। ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਅਨੇਕਾਂ ਭੁੱਲਾਂ ਹੋਈਆਂ ਨੇ, ਉਹ ਮੇਰੀਆਂ ਨੇ। ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਵਾਲੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।